11ਵੀਂ पौड़ी 23ਵੀਂ 70 ਪਹਿਲੀ। ਢੇਸੀ ਜੁਧ ਹੋ ਸੰਗ ਹੈ ਗੋविंद ਗੋਲਾ ਹੱਸ ਮਿਲੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢੇਸੀ ਜੁਧ ਹੋ ਸੰਗ ਹੈ। ਦੋ ਗੁਰਸਿੱਖ ਜੋ ਭਾਈ ਢੇਸੀ ਜੀ ਤੇ ਭਾਈ ਜੋਧ ਜੀ, ਇਹ ਦੋਨੋਂ ਜਿਹੜੇ ਹਨ ਗੁਰੂ ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਵਿੱਚ ਆਏ ਤੇ ਇਹ ਜਾਤੀ ਦੇ ਬ੍ਰਾਹਮਣ ਸਨ। ਸੋ ਜਾਤੀ ਦੇ ਬ੍ਰਾਹਮਣ ਹੋਣ ਕਰਕੇ ਇਹਨਾਂ ਦੇ ਸਵਾਲ ਜਿਹੜੇ ਸਨ ਗੁਰੂ ਅਰਜਨ ਦੇਵ ਜੀ ਅੱਗੇ ਇਹਨਾਂ ਨੇ ਰੱਖੇ, ਜਿਹੜੇ ਕਿ ਬਹੁਤ ਹੀ ਗਿਆਨ ਨੂੰ ਅੱਗੇ ਰੱਖਿਆ ਕਰਦੇ, ਕਿਉਂਕਿ ਇਹਨਾਂ ਦਾ ਆਰਗੂਮੈਂਟ ਜਿਹੜਾ ਸੀਗਾ ਉਹ ਬ੍ਰਾਹਮਣਾਂ ਨਾਲ ਚੱਲਦਾ ਸੀ, ਜੋ ਬ੍ਰਾਹਮਣ ਸ਼ਾਸਤਰ ਵੇਦ ਪੜ੍ਹੇ ਹੋਏ ਸਨ। ਸੋ ਇਸ ਕਰਕੇ ਇਹਨਾਂ ਨੇ ਆ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀਆਂ ਕਰਨੀਆਂ। ਤੇ ਇਹ ਜਿਹੜੀ ਸਾਰੀ ਵਾਰਤਾ ਹੈ ਸਿੱਖਾਂ ਦੀ ਭਗਤ ਮਾਲਾ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਸ ਤਰ੍ਹਾਂ ਕਰਕੇ ਲਿਖੀ ਹੈ। ਭਾਈ ਢੇਸੀ ਤੇ ਭਾਈ ਜੋਧ ਜਾਤ ਦੇ ਸੰਗ ਬ੍ਰਾਹਮਣ ਗੁਰੂ ਅਰਜਨ ਜੀ ਦੀ ਸ਼ਰਨ ਆਏ। ਭਾਈ ਢੇਸੀ ਜੀ ਤੇ ਭਾਈ ਜੋਧ ਜੀ ਇਹ ਜਿਹੜੇ ਸੰਗ ਇਹਨਾਂ ਦੀ ਗੋਤ ਸੀਗਾ, ਜੋ ਬ੍ਰਾਹਮਣ ਜਾਤੀ ਵਿੱਚੋਂ ਹਨ, ਜੋ ਆਏ ਗੁਰੂ ਅਰਜਨ ਦੇਵ ਜੀ ਦੇ ਸ਼ਰਨ ਵਿੱਚ। ਤੇ ਉਹਨਾਂ ਅਰਦਾਸ ਕੀਤੀ। ਉਹਨਾਂ ਨੇ ਆ ਕਰਕੇ ਅਰਦਾਸ ਕੀਤੀ, ਜੀ ਸੱਚੇ ਪਾਤਸ਼ਾਹ ਸਾਨੂੰ ਪੰਡਤ ਲੋਕ ਪੰਗਤ ਵਿੱਚ ਬੈਠਣ ਨਹੀਂ ਦਿੰਦੇ। ਮਹਾਰਾਜ ਸਾਨੂੰ ਜਿਹੜੀ ਸਾਡੀ ਬਰਾਦਰੀ ਹੈ, ਕਿਉਂਕਿ ਬ੍ਰਾਹਮਣ ਜਾਤੀ ਹੋਣ ਕਰਕੇ ਉਹ ਸਾਨੂੰ ਪੰਗਤ ਵਿੱਚ ਨਹੀਂ ਬਹਿਣ ਦਿੰਦੇ। ਸੋ ਪੰਗਤ ਜੋ ਗੁਰੂ ਮਹਾਰਾਜ ਨੇ ਸ਼ੁਰੂ ਕੀਤੀ, ਉਹ ਪੰਗਤ ਦੇ ਵਿੱਚ 4 ਵਰਨਾਂ ਦੇ ਬੰਦੇ ਇੱਕ ਜਿਹੜੀ ਹਨ ਇੱਕ ਕਤਾਰ ਵਿੱਚ ਬੈਠਿਆ ਕਰਦੇ ਸਨ, ਇੱਕ ਲਾਈਨ ਵਿੱਚ ਬਹਿ ਕੇ ਭੋਜਨ ਛਕਿਆ ਕਰਦੇ ਸਨ। ਉੱਥੇ ਕੋਈ ਵਿਤਕਰਾ ਨਹੀਂ ਹੁੰਦਾ ਸੀ ਕਿ ਬ੍ਰਾਹਮਣਾਂ ਦਾ ਭੋਜਨ ਅਲੱਗ ਹੈ, ਖੱਤਰੀਆਂ ਦਾ ਅਲੱਗ ਹੈ ਤੇ ਬਾਕੀ ਵੈਸ਼ ਤੇ ਸ਼ੂਦਰ ਦਾ ਅਲੱਗ ਹੈ। ਸੋ ਉੱਥੇ ਇਹ ਕੰਮ ਨਹੀਂ ਕੀਤਾ ਜਾਂਦਾ ਸੀ। ਮਹਾਰਾਜ ਨੇ 4 ਵਰਨਾਂ ਨੂੰ ਇੱਕ ਜਿਹੜਾ ਸਲੂਕ ਦੇ ਨਾਲ ਇੱਕ ਪੋਜੀਸ਼ਨ ਤੇ ਰੱਖ ਕੇ ਸਾਰਿਆਂ ਨੂੰ ਹੀ ਜਿਹੜਾ ਇਕੁਅਲਨ ਜਿਹੜਾ ਹੈ ਪੋਜੀਸ਼ਨ ਤੇ ਰੱਖਿਆ ਹੋਇਆ ਸੀ। ਮਹਾਰਾਜ ਦਾ ਉਪਦੇਸ਼ ਹੀ ਐਸਾ ਸੀਗਾ ਵੀ ਜਨਮ ਕਰਕੇ ਕੋਈ ਉੱਚਾ ਨਹੀਂ, ਕਰਮਾਂ ਕਰਕੇ ਊਚ ਨੀਚ ਬਣਦੀ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਸਾਡੀ ਬਰਾਦਰੀ ਵਿੱਚ ਲੋਕ ਸਾਨੂੰ ਹਟਾਉਂਦੇ ਹਨ, ਕਹਿੰਦੇ ਹਨ ਤੁਸੀਂ ਪੰਗਤਾਂ ਵਿੱਚ ਕਿਉਂ ਬਹਿੰਦੇ ਹੋ, ਕਿਉਂ ਛੂਤ ਜਾਤੀ ਨੀਵੀਆਂ ਜਾਤੀਆਂ ਨਾਲ ਬਹਿ ਕੇ ਤੁਸੀਂ ਲੰਗਰ ਛਕਦੇ ਹੋ। ਦੂਸਰਾ, ਲੰਗਰ ਬਣਾਉਣ ਵਾਲੇ ਵੀ ਪਤਾ ਨਹੀਂ ਬ੍ਰਾਹਮਣ ਹੈ ਕਿ ਨਹੀਂ, ਕਿਉਂਕਿ ਬ੍ਰਾਹਮਣ ਜਿਹੜਾ ਹੁੰਦਾ ਹੈ ਉਹ ਪਹਿਲਾਂ ਚੌਂਕਾ ਬਣਾਉਂਦਾ ਹੈ, ਉਹ ਪਹਿਲਾਂ ਜਿਹੜਾ ਹੈ 2 ਫਿੱਟ ਜਿਹੜਾ ਹੈ ਫੁੱਟ ਜਿਹੜੀ ਹੈ ਧਰਤੀ ਨੂੰ ਪੁੱਟ ਕੇ ਫਿਰ ਉੱਤੇ ਨਵੀਂ ਮਿੱਟੀ ਪਾ ਕੇ ਫਿਰ ਆਪਣਾ ਚੌਂਕਾ ਬਣਾ ਕੇ ਉੱਤੇ ਫਿਰ ਆਪਣਾ ਖਾਣਾ ਬਣਾਉਂਦਾ ਹੈ, ਤਾਂ ਉਹ ਖਾਂਦਾ ਹੈ। ਤੇ ਉਹ ਜਿਹੜਾ ਖਾਣੇ ਦੇ ਉੱਤੇ ਜੇ ਪਰਛਾਵਾਂ ਵੀ ਪੈ ਜਾਵੇ ਨੀਵੀਂ ਜਾਤੀ ਵਾਲੀ ਦਾ ਤਾਂ ਉਹ ਵੀ ਛੱਡ ਦਿੰਦੇ ਨੇ ਵੀ ਛੂਤ ਹੋ ਗਿਆ, ਵੀ ਜਿਹੜਾ ਅਪਵਿੱਤਰ ਹੋ ਗਿਆ। ਇਸ ਕਰਕੇ ਇਹ ਬ੍ਰਾਹਮਣ ਜਿਹੜੇ ਹੁੰਦੇ ਸਨ ਬਹੁਤ ਸਟ੍ਰਿਕ ਹੋਇਆ ਕਰਦੇ ਸਨ। ਇਸ ਕਰਕੇ ਇਹ 2 ਗੁਰਸਿੱਖ ਭਾਈ ਢੇਸੀ ਜੀ ਤੇ ਭਾਈ ਜੋਧ ਜੀ ਨੇ ਆ ਕੇ ਕਿਹਾ ਕਿ ਮਹਾਰਾਜ ਸਾਨੂੰ ਇਹ ਪੰਗਤ ਚੋਂ ਹਟਾਇਆ ਜਾ ਰਿਹਾ ਹੈ। ਜੋ ਤੁਸੀਂ ਬ੍ਰਾਹਮਣ ਜਗਤ ਗੁਰੂ ਹੋ ਕਿ ਖੱਤਰੀ ਦੇ ਸਿੱਖ ਹੋਏ ਹੋ। ਮਹਾਰਾਜ ਜੋ ਕਹਿੰਦੇ ਸਾਨੂੰ ਲੋਕ ਸਾਡੀ ਬਰਾਦਰੀ ਕਹਿੰਦੇ ਹੋ ਕਿ ਤੁਸੀਂ ਬ੍ਰਾਹਮਣ ਹੋ, ਤੁਸੀਂ ਇੱਕ ਖੱਤਰੀ ਨੂੰ ਆਪਣਾ ਗੁਰੂ ਬਣਾਇਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਅਥਵਾ ਸਾਰੇ ਗੁਰੂ ਸਾਹਿਬਾਨ ਖੱਤਰੀਆਂ ਵਿੱਚੋਂ ਸਨ। ਕਹਿੰਦੇ ਤੁਸੀਂ ਖੱਤਰੀਆਂ ਨੂੰ ਆਪਣਾ ਗੁਰੂ ਬਣਾਇਆ। ਪਿਛਲੇ ਜਿਹੜਿਆਂ ਸਮਿਆਂ ਤੋਂ ਲੈ ਕੇ ਸਤਯੁਗ ਤੋਂ ਲੈ ਕੇ ਜਿਹੜਾ ਹੈ ਸਾਰੇ ਯੁਗਾਂ ਤੱਕ ਇਹੀ ਗੱਲ ਆਈ ਹੈ ਕਿ ਖੱਤਰੀ ਬ੍ਰਾਹਮਣ ਨੂੰ ਗੁਰੂ ਧਾਰਨ ਕਰਦੇ, ਤਾਂ ਹੀ ਬ੍ਰਾਹਮਣ ਨੂੰ ਜਗਤ ਦਾ ਗੁਰੂ ਕਿਹਾ ਹੈ। ਵੀ ਜਿਹੜੇ ਸਿਖਾਉਣ ਦਾ ਪੜ੍ਹਾਉਣ ਦਾ ਅਧਿਕਾਰ ਜਿਹੜਾ ਰਾਈਟ ਹੈ ਸਿਰਫ ਇੱਕ ਬ੍ਰਾਹਮਣ ਕੋਲ ਹੈ। ਸੋ ਕਹਿੰਦੇ ਇਸ ਕਰਕੇ ਖੱਤਰੀਆਂ ਨੂੰ ਤਾਂ ਆਪਾਂ ਪੜ੍ਹਾਉਂਦੇ ਹਾਂ, ਤਾਂ ਕਹਿੰਦੇ ਤੁਸੀਂ ਬ੍ਰਾਹਮਣ ਹੋ ਕੇ ਇੱਕ ਖੱਤਰੀ ਨੂੰ ਕਿਉਂ ਗੁਰੂ ਧਾਰਨ ਕੀਤਾ, ਕਿਉਂ ਜਾ ਕੇ ਇੱਕ ਖੱਤਰੀ ਨੂੰ ਤੁਸੀਂ ਮੱਥਾ ਟੇਕਦੇ ਹੋ ਕਿ ਤੁਸੀਂ ਵੱਡੀ ਜਾਤੀ ਵਾਲੇ ਹੋ, ਤੁਹਾਨੂੰ ਤਾਂ ਖੱਤਰੀਆਂ ਨੂੰ ਮੱਥਾ ਟੇਕਣਾ ਚਾਹੀਦਾ ਹੈ। ਤੇ ਗੰਗਾ ਤੇ ਕਾਂਸੀ ਆਦਿ ਤੀਰਥ ਜੋ ਸਿਵ ਤੇ ਵਿਸ਼ਨ ਦੀ ਪੁਰੀ ਹੈ। ਦੇਖੋ ਜੋ ਗੰਗਾ ਹੈ, ਜੋ ਕਾਂਸੀ ਹੈ, ਜੋ ਤੀਰਥ ਇਹ ਬਣੇ ਹੋਏ ਹਨ ਜਿਨ੍ਹਾਂ ਨੂੰ ਸ਼ਿਵ ਜੀ ਦੀ ਪੂਰੀ ਕਿਹਾ ਜਾਂਦਾ ਹੈ, ਵਿਸ਼ਨੂੰ ਦੀ ਪੂਰੀ ਕਿਹਾ ਜਾਂਦਾ ਹੈ। ਉਹਨਾਂ ਦਾ ਸੇਵਨ ਛੱਡ ਕੇ ਅੰਮ੍ਰਿਤਸਰ ਕੀਰਤਮੀ ਤੀਰਥ ਸੇਵਦੇ ਹੋ। ਉਹ ਸਾਰੇ ਜਿਹੜੇ 68 ਤੀਰਥ ਨੇ, ਜਿੱਥੇ ਜਿੱਥੇ ਦੇਵਤਿਆਂ ਨੇ ਉਹ ਤੀਰਥ ਬਣਾਏ ਹੋਏ ਨੇ ਤੇ ਜੇ ਉੱਥੇ ਵਰ ਵੀ ਦਿੱਤੇ ਹੋਏ ਨੇ ਉਹ ਤੀਰਥਾਂ ਨੂੰ, ਉਹ ਸਾਰਿਆਂ ਨੂੰ ਛੱਡ ਕੇ ਤੁਸੀਂ ਅੰਮ੍ਰਿਤਸਰ ਨੂੰ ਜਾਂਦੇ ਹੋ। ਤੇ ਅੰਮ੍ਰਿਤਸਰ ਨੂੰ ਕੀਰਤਮੀ ਤੀਰਥ ਕਿਹਾ। ਕੀਰਤਮੀ ਹੁੰਦਾ ਹੈ ਜਿਹੜਾ ਬਣਾਉਟੀ ਬਣਾਇਆ ਹੋਇਆ ਜਾਂ ਆਪਣੇ ਆਪ ਤੋਂ ਪ੍ਰਗਟ ਕੀਤਾ ਹੋਇਆ, ਜੋ ਕਲਪਿਤ ਹੈ। ਕਲਪਿਤ ਮੀਨ ਇਲੂਸ਼ਨ ਵਾਲਾ ਜਿਹੜਾ ਤੀਰਥ ਹੈ, ਕਿਉਂਕਿ ਤੀਰਥ ਜਿਹੜੇ ਹਨ ਹੁਣ ਤੱਕ ਸਾਰਿਆਂ ਤੀਰਥਾਂ ਨੂੰ ਸਿਰਫ ਦੇਵਤਿਆਂ ਨੇ ਬਣਾਇਆ ਹੈ। ਸ੍ਰੀ ਅੰਮ੍ਰਿਤਸਰ ਜਿਹੜਾ ਹੈ ਗੁਰੂ ਸਾਹਿਬਾਨ ਨੇ ਆਪ ਬਣਾਇਆ, ਤੇ ਗੁਰੂ ਸਾਹਿਬ ਨੂੰ ਤਾਂ ਉਹ ਇੱਕ ਆਪਣੇ ਵਰਗਾ ਹੀ ਇਨਸਾਨ ਕਰਕੇ ਜਾਣਦੇ ਸਨ।
ਤੇ ਇਸ ਕਰਕੇ ਉਹਨਾਂ ਦਾ ਸਵਾਲ ਸੀਗਾ ਕਿ ਅੰਮ੍ਰਿਤਸਰ ਜਿਹੜਾ ਇਹ ਕੀਰਤਮੀ ਤੀਰਥ ਹੈ, ਇਹ ਬਨੌਟੀ ਤੀਰਥ ਹੈ, ਇਹ ਤਾਂ ਗੁਰੂ ਨੇ ਆਪਣੀ ਮਰਜ਼ੀ ਨਾਲ ਬਣਾ ਲਿਆ, ਜਿਵੇਂ ਕੋਈ ਬੰਦੇ ਨੇ ਬਣਾਇਆ ਹੁੰਦਾ ਹੈ। ਕਹਿੰਦੇ ਉਹ ਤੀਰਥ ਦੇ ਪਿੱਛੇ ਤੁਸੀਂ ਕਿਉਂ ਲੱਗਦੇ ਹੋ, ਆਪਣੇ ਦੇਵਤਿਆਂ ਦੇ ਬਣਾਏ ਹੋਏ ਤੀਰਥਾਂ ਨੂੰ ਪਿੱਛੇ ਛੱਡ ਕੇ। ਤੇ ਵੇਦਾਂ ਦੀ ਬ੍ਰਹਮ ਬਾਣੀ ਤਿਆਗ ਕੇ ਤੇ ਭਾਖਾ ਬਾਣੀ ਗੁਰੂ ਕੇ ਸ਼ਬਦ ਗਾਵਦੇ ਹੋ। ਦੇਖੋ ਹੁਣ ਇੱਕ ਹੋਰ ਪ੍ਰੋਬਲਮ ਆ, ਕਹਿੰਦੇ ਤੁਸੀਂ ਵੇਦਾਂ ਦੀ ਬਾਣੀ ਨੂੰ ਛੱਡ ਕੇ, ਜੋ ਵੇਦ ਹਨ 4 ਵੇਦ ਹਨ, ਉਹ ਚਾਰੇ ਵੇਦਾਂ ਦੀ ਬਾਣੀ ਨੂੰ ਛੱਡ ਕੇ ਤੁਸੀਂ ਭਾਖਾਂ ਵਿੱਚ ਆਮ ਬੋਲੀ ਵਿੱਚ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹੀ ਹੈ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਆਦਿ ਗ੍ਰੰਥ ਵਿੱਚ ਇਕੱਠੀ ਕੀਤੀ ਹੋਈ ਹੈ, ਕਹਿੰਦੇ ਉਹਨੂੰ ਤੁਸੀਂ ਉਹ ਪੜ੍ਹਦੇ ਹੋ ਬਾਣੀ ਜਿਹੜੀ ਭਾਖਾ ਵਿੱਚ ਹੈ। ਭਾਖਾ ਹੁੰਦੀ ਹੈ ਨਾਰਮਲ ਲੈਂਗੁਏਜ ਜਿਹੜੀ ਆਪਾਂ ਅੱਜ ਬੋਲਦੇ ਹਾਂ। ਸੋ ਕਹਿੰਦੇ ਇਹਦੇ ਵਿੱਚ ਭਾਖਾ ਦੇ ਵਿੱਚ ਸਾਰੀ ਬਾਣੀ ਕੀਤੀ ਹੋਈ ਹੈ, ਤੁਸੀਂ ਆਪਣੀ ਸੰਸਕ੍ਰਿਤ ਭਾਸ਼ਾ ਨੂੰ ਛੱਡ ਕੇ ਤੁਸੀਂ ਭਾਖਾ ਦੀ ਬਾਣੀ ਕਿਉਂ ਪੜ੍ਹਦੇ ਹੋ। ਤੋ ਦੇਖੋ ਇੱਥੇ ਵੀ ਜਿਹੜਾ ਹੈ ਬੜਾ ਫਰਕ ਹੈ, ਬਿਕੋ ਬ੍ਰਾਹਮਣ ਲੋਕ ਜਿਹੜੇ ਸਨ ਉਹ ਸਮਿਆਂ ਵਿੱਚ ਉਹ ਪੜ੍ਹਾਈਆਂ ਕਰਦੇ ਸਨ। ਤੇ ਜਦੋਂ ਮਹਾਰਾਜ ਨੇ ਉਹ ਕੰਮ ਜਿਹੜਾ ਸੌਖਾ ਕੀਤਾ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਵਾਰੀ ਪੰਡਤਾਂ ਨੇ ਆ ਕੇ ਸਵਾਲ ਕੀਤਾ ਸੀ, ਕਹਿੰਦੇ ਮਹਾਰਾਜ ਵੀ ਤੁਸੀਂ ਜਿਹੜਾ ਹੈ ਸਾਰੀ ਵੇਦਾਂ ਦੀ ਬਾਣੀ ਹੁੰਦਿਆਂ ਹੋਇਆਂ ਤੁਸੀਂ ਨਵੀਂ ਬਾਣੀ ਕਿਉਂ ਰਚੀ ਹੈ। ਤਾਂ ਉਹਦਾ ਆਨਸਰ ਗੁਰੂ ਅਮਰਦਾਸ ਮਹਾਰਾਜ ਨੇ ਦਿੱਤਾ, ਕਹਿੰਦੇ ਦੇਖੋ ਜਿਹੜਾ ਕਿ ਇੱਕ ਤਾਂ ਪਾਣੀ ਹੁੰਦਾ ਹੈ ਖੂਹ ਦਾ ਪਾਣੀ ਕੱਢਣ ਵਾਸਤੇ ਬੰਦੇ ਨੂੰ ਹਿੰਮਤ ਕਰਨੀ ਪੈਂਦੀ ਹੈ, ਕਿਉਂਕਿ ਉਹ ਬਹੁਤ ਡੂੰਘਾ ਹੁੰਦਾ ਹੈ ਤੇ ਉਹਦਾ ਪ੍ਰਯਤਨ ਕਰਨਾ ਪੈਂਦਾ, ਯਤਨ ਕਰਕੇ ਹਿੰਮਤ ਕਰਕੇ ਉਹ ਪਾਣੀ ਨੂੰ ਖੂਹ ਵਿੱਚੋਂ ਕੱਢਿਆ ਜਾਂਦਾ ਹੈ, ਤਾਂ ਪਾਣੀ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਇਹ ਤਾਂ ਇੱਕ ਪਾਣੀ ਹੋਇਆ ਜਿਹੜਾ ਕਿ ਕੋਈ ਹਿੰਮਤ ਕਰੇਗਾ ਤਾਂ ਉਹਨੂੰ ਮਿਲੇਗਾ, ਤੇ ਦੂਜੀ ਗੱਲ ਉਹਦੇ ਕੋਲ ਰੱਸਾ ਵੀ ਚਾਹੀਦਾ, ਕੋਈ ਡੋਲਾ ਵੀ ਚਾਹੀਦਾ ਹੈ, ਉਹਦੇ ਕੋਲ ਜਿਹੜੀਆਂ ਹਨ ਇਹ ਫੈਸਿਲਿਟੀਜ਼ ਵੀ ਚਾਹੀਦੀਆਂ ਹਨ ਪਾਣੀ ਕੱਢਣ ਵਾਸਤੇ ਖੂਹ ਤੋਂ। ਕਹਿੰਦੇ ਇਹ ਤਾਂ ਪਾਣੀ ਕੋਈ ਵਿਰਲਾ ਹੀ ਕੱਢੇਗਾ ਨਾ। ਕਹਿੰਦੇ ਹੁਣ ਵੇਦਾਂ ਦੀ ਬਾਣੀ ਉਹ ਪਾਣੀ ਹੈ ਜਿਹੜਾ ਖੂਹ ਵਾਲਾ ਹੈ, ਬੜੀ ਹਿੰਮਤ ਕਰਕੇ ਉਹਨੂੰ ਕੱਢਣਾ ਪੈਂਦਾ, ਆਮ ਬੰਦਾ ਨਹੀਂ ਉਹਨੂੰ ਕੱਢ ਕੇ ਪੀ ਸਕਦਾ, ਧਿਆਇਆ ਬੰਦਾ ਕੋਲੇ ਖੜਾ ਹੀ ਮਰ ਸਕਦਾ ਹੈ ਜੇ ਉਹਨੂੰ ਪਾਣੀ ਕੱਢਣਾ ਨਾ ਆਵੇ। ਕਹਿੰਦੇ ਅਸੀਂ ਜੋ ਬਾਣੀ ਕੀਤੀ ਹੈ ਇਹ ਜਿਵੇਂ ਬੱਦਲਾਂ ਵਿੱਚੋਂ ਮੀਂਹ ਪੈਂਦਾ ਹੈ, ਉਹ ਸਾਰੇ ਕਿਤੇ ਇੱਕ ਜੈਸਾ ਮੀਂਹ ਪੈਂਦਾ ਹੈ ਤੇ ਕਿਸੇ ਨੂੰ ਪ੍ਰਯਤਨ ਨਹੀਂ ਕਰਨਾ ਪੈਂਦਾ, ਕਿਸੇ ਨੂੰ ਹਿੰਮਤ ਨਹੀਂ ਕਰਨੀ ਪੈਂਦੀ, ਬਸ ਆਕਾਸ਼ ਵੱਲ ਮੂੰਹ ਖੋਲ ਕੇ ਬਹਿ ਜਾਓ, ਪਾਣੀ ਨੇ ਆਪਣੇ ਆਪ ਅੰਦਰ ਚਲਿਆ ਜਾਣਾ। ਕਹਿੰਦੇ ਗੁਰੂ ਨਾਨਕ ਦੀ ਐਸੀ ਕਿਰਪਾ ਹੈ, ਗੁਰੂ ਨਾਨਕ ਸਾਹਿਬ ਨੇ ਐਸੀ ਬਾਣੀ ਜਿਹੜੀ ਰਚਨਾ ਕੀਤੀ ਜਿਹਦੇ ਸਮਝਣ ਵਿੱਚ ਪੜ੍ਹਨ ਵਿੱਚ ਜਿਹੜਾ ਹੈ ਤਾਂ ਜਾਂ ਉਹਦੇ ਜਿਹੜਾ ਪ੍ਰੈਕਟਿਸ ਕਰਨ ਵਿੱਚ ਕੋਈ ਵੀ ਦਿੱਕਤ ਨਹੀਂ ਪੈਂਦੀ, ਕੋਈ ਆਬਸਟੈਕਲ ਨਹੀਂ ਪੈਂਦੀ, ਕੋਈ ਚੈਲੰਜ ਨਹੀਂ ਹੁੰਦੀ, ਬੜੇ ਸੌਖੇ ਤਰੀਕੇ ਨਾਲ ਇਹਨੂੰ ਕਮਾਇਆ ਜਾ ਸਕਦਾ ਹੈ। ਕਿਉਂਕਿ ਕਲਯੁਗ ਦੇ ਵਿੱਚ ਲੋਕਾਂ ਦੇ ਵਿੱਚ ਉਹ ਹਿੰਮਤ ਨਹੀਂ ਤੇ ਉਹ ਸਹੂਲਤਾਂ ਵੀ ਨਹੀਂ ਹਨ ਜਿਹੜਾ ਕਿ ਬੰਦਾ ਬਹਿ ਕੇ ਪੜ੍ਹਾਈ ਕਰੇ ਤੇ ਕੰਮਕਾਰ ਨਾ ਕਰੇ, ਕਿਉਂਕਿ ਅੱਜ ਕਲਯੁਗ ਦੇ ਸਮੇਂ ਵਿੱਚ ਸਾਰੇ ਬਹੁਤੇ ਤਾਂ ਜ਼ਿਆਦਾ EMPLOYEES ਹਨ, ਜੇ ਕੰਮ ਨਹੀਂ ਕਰਨਗੇ ਮਾਇਆ ਨਹੀਂ ਮਿਲੇਗੀ, ਉਹਨਾਂ ਦਾ ਸਸਟੇਨੈਂਸ ਨਹੀਂ ਹੋਏਗਾ। ਉਹ ਸਮਿਆਂ ਦੇ ਵਿੱਚ ਤਾਂ ਲੋਕਾਂ ਕੋਲ ਜਾਇਦਾਦ ਸੀਗੀ, ਲੋਕਾਂ ਕੋਲ ਜਿਹੜਾ ਹੁਣ ਬੜੇ ਮਾਇਆ ਵੀ ਬਹੁਤ ਜ਼ਿਆਦਾ ਸੀ ਤੇ ਲੋਕ ਡੋਨੇਸ਼ਨ ਵੀ ਬਹੁਤ ਕਰਿਆ ਕਰਦੇ ਸਨ, ਉਹਨਾਂ ਨਾਲ ਜਿਹੜੇ ਪੰਡਤ ਲੋਕ ਨੇ ਉਹਨਾਂ ਦਾ ਕੰਮ ਚੱਲਦਾ ਸੀ। ਪਰ ਅੱਜ ਕੱਲ੍ਹ ਬਾਹਮਣਾਂ ਨੂੰ ਕੌਣ ਦਿੰਦਾ ਹੈ, ਕਿਹਦੇ ਕੋਲ ਇੰਨੀ ਮਾਇਆ ਹੈ। ਇਸ ਕਰਕੇ ਕਹਿੰਦੇ ਜਿਹੜਾ ਹਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ। ਕਲਯੁਗ ਦੇ ਵਿੱਚ ਉਹ ਸਿਸਟਮ ਹੁਣ ਪ੍ਰੈਕਟੀਕਲ ਨਹੀਂ ਰਿਹਾ, ਹੁਣ ਕਲਯੁਗ ਦੇ ਵਿੱਚ ਤਾਂ ਉਹ ਬਾਣੀ ਚਾਹੀਦੀ ਹੈ, ਬੰਦੇ ਆਪਣੇ ਕਿਰਤ ਕਮਾਈ ਕਰਦੇ ਹੋਏ, ਦਸਾਂ ਨੋਹਾਂ ਦੀ ਕਮਾਈ ਕਰਦੇ ਹੋਏ ਫਿਰ ਵੀ ਉਹ ਪਰਮੇਸ਼ਰ ਦੀ ਬਾਣੀ ਨੂੰ ਗਾ ਸਕਦੇ ਤੇ ਪਰਮੇਸ਼ਰ ਨੂੰ ਪਾ ਸਕਦੇ ਹਨ। ਇਸ ਕਰਕੇ ਭਾਸ਼ਾ ਵਿੱਚ ਬਾਣੀ ਰਚੀ ਹੈ। ਸੋ ਇਹ ਬ੍ਰਾਹਮਣ ਹੁਣ ਕਹਿੰਦੇ ਨੇ ਵੀ ਤੁਸੀਂ ਆਪਣੀ ਬਾਣੀ ਆਪਣੀ ਬੋਲੀ ਛੱਡ ਕੇ, ਆਪਣੀ ਜਿਹੜੀ ਵੇਦਾਂ ਦੀ ਬਾਣੀ ਨੂੰ ਛੱਡ ਕੇ ਤੁਸੀਂ ਭਾਸ਼ਾ ਵਿੱਚ ਬਾਣੀ ਕਿਉਂ ਪੜ੍ਹਦੇ ਹੋ ਭਾਖਾ ਵਿੱਚ। ਤੇ ਜਨਮ ਅਸ਼ਟਮੀ ਤੇ ਸ਼ਿਵਰਾਤ ਤੇ ਇਕਾਦਸ਼ੀ ਵਰਤ ਤਿਆਗ ਕੇ। ਦੇਖੋ ਹੁਣ ਤੁਸੀਂ ਆਪਣੇ ਬ੍ਰਾਹਮਣਾਂ ਦੇ ਜਿਹੜੇ ਕੰਮ ਸਨ, ਅਸ਼ਟਮੀ ਮਨਾਉਣੀ ਹੈ, ਸ਼ਿਵਰਾਤਰੀ ਮਨਾਉਣੀ ਹੈ, ਇਕਾਦਸ਼ੀ ਮਨਾਉਣੀ ਹੈ, ਇਕਾਦਸ਼ ਦਾ ਵਰਤ ਹੁੰਦਾ ਹੈ, ਇਹ ਸਾਰਾ ਤਿਆਗ ਕੇ ਤੁਸੀਂ ਜਿਹੜਾ ਹੈ ਕੀ ਕੀਤਾ, ਸਿੱਖਾਂ ਦਾ ਉਚਟ ਅੰਨ ਭੋਜਨ ਕਰਦੇ ਹੋ। ਤੁਸੀਂ ਜਿਹੜਾ ਸਿੱਖਾਂ ਦਾ ਝੂਠਾ ਕੀਤਾ ਹੋਇਆ ਭੋਜਨ ਉਹ ਛਕੀ ਜਾਂਦੇ ਹੋ, ਕਿਉਂਕਿ ਲੰਗਰ ਦੇ ਵਿੱਚ ਭੋਗ ਲਗਾਈ ਜਾਂਦਾ ਹੈ, ਗੁਰੂ ਮਹਾਰਾਜ ਦਾ ਭੋਗ ਲਾਇਆ ਜਾਂਦਾ ਹੈ। ਦੇਖੋ ਇੱਥੇ ਇੱਕ ਗੱਲ ਸਪਸ਼ਟ ਹੈ, ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇੱਥੇ ਕਿਹਾ ਕਿ ਝੂਠਾ, ਉਹਨਾਂ ਝੂਠਾ ਕਿਉਂ ਕਿਹਾ, ਕਿਉਂਕਿ ਲੰਗਰ ਨੂੰ ਭੋਗ ਲੱਗਦਾ ਹੈ ਗੁਰੂ ਦਾ, ਤੇ ਜਿਹੜਾ ਝੂਠਾ ਤਾਂ ਹੀ ਹੋਗਾ ਜੇ ਮਹਾਰਾਜ ਛਕਣਗੇ ਪਹਿਲਾਂ। ਕਹਿੰਦੇ ਉਹ ਛਕਣ ਕਰਕੇ ਉਹ ਕਹਿੰਦੇ ਨੇ ਵੀ ਇਹ ਝੂਠਾ ਭੋਜਨ ਹੈ। ਤੇ ਇਸ ਕਰਕੇ ਜਿਹੜਾ ਹੈ ਜਦੋਂ ਆਪਾਂ ਅਰਦਾਸ ਕਰਦੇ ਹਾਂ, ਕਰੀ ਪਾਕਸ਼ਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ, ਆਪਾਂ ਨੂੰ ਭੋਗ ਲਾਉਣਾ ਚਾਹੀਦਾ ਹੈ। ਜਿਵੇਂ ਅੱਜ ਕੱਲ੍ਹ ਆਪਾਂ ਕਿਰਪਾਨ ਦੀ ਭੇਟਾ ਕਰਦੇ ਹਾਂ, ਸੋ ਪਰ ਜਿਹੜਾ ਇਹ ਤੋਂ ਇਲਾਵਾ ਜਿਹੜਾ ਕਹਿਣਾ ਪ੍ਰਵਾਨ ਕਰ ਲਿਓ, ਮਹਾਰਾਜ ਭੋਜਨ ਪ੍ਰਵਾਨ ਹੋਵੇ, ਤੇ ਪ੍ਰਵਾਨ ਹੋਣਾ ਤੇ ਭੋਗ ਲਾਉਣਾ ਦੋ ਡਿਫਰੈਂਟ ਚੀਜ਼ਾਂ ਨੇ। ਪ੍ਰਵਾਨ ਤਾਂ ਪੁੱਛਣਾ ਹੁੰਦਾ ਵੀ ਮਹਾਰਾਜ ਭੋਜਨ ਪ੍ਰਵਾਨ ਹੈ, ਸਿਰਫ ਪੁੱਛਣਾ ਹੀ ਆ,
ਮਹਾਰਾਜ ਨੂੰ ਛਕਾਉਣਾ ਨਹੀਂ। ਭੋਗ ਲਾਉਣਾ ਹੁੰਦਾ ਵੀ ਮਹਾਰਾਜ ਨੂੰ ਛਕਾਉਣਾ ਹੈ। ਦੇਖੋ ਕਿੰਨਾ ਫਰਕ ਹੈ। ਸੋ ਇਸ ਕਰਕੇ ਆਪਾਂ ਨੂੰ ਅਰਦਾਸ ਵਿੱਚ ਦੇਗ ਨੂੰ ਭੋਗ ਲਾਉਣਾ ਚਾਹੀਦਾ। ਇਹੀ ਮਰਿਆਦਾ ਭੋਗ ਦੀ ਚੱਲੀ ਆਉਂਦੀ ਆ ਪਹਿਲਾਂ ਤੋਂ। ਇਸ ਕਰਕੇ ਦੇਖੋ ਭਾਈ ਮਨੀ ਸਿੰਘ ਨੇ ਵੀ ਇੱਥੇ ਸਪਸ਼ਟ ਕਰਕੇ ਕਹਿਤਾ ਹੈ। ਸੋ ਇਸ ਕਰਕੇ ਇਹ ਮਰਿਆਦਾ ਜਿਹੜੀ ਹੈ ਇਹ ਗੁਰੂ ਸਾਹਿਬ ਦੀ ਤੋਰੀ ਹੋਈ ਹੈ। ਜਿਵੇਂ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜਿਹੜਾ ਹਨ ਕੜਾਹ ਪ੍ਰਸ਼ਾਦ ਨੂੰ ਜਦੋਂ ਭੋਗ ਲਾਇਆ ਜਾਂਦਾ ਸੀ, ਮਹਾਰਾਜ ਆਪਣਾ ਪੰਜਾ ਲਾਇਆ ਕਰਦੇ ਸਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਤੀਰ ਨਾਲ ਭੋਗ ਲਾਇਆ ਕਰਦੇ ਸਨ। ਸੋ ਉਹ ਵੀ ਰੀਤੀ ਚੱਲਦੀ ਰਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇਹ ਰੀਤੀ ਕਿਰਪਾਨ ਵਾਲੀ ਤੋਰੀ ਵੀ ਕਿਰਪਾਨ ਦੀ ਭੇਟਾ ਕਰਨੀ ਹੈ। ਸੋ ਇਸ ਕਰਕੇ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਹੈ ਭੋਗ ਹੀ ਲਾਉਣਾ ਚਾਹੀਦਾ ਹੈ। ਤੇ ਇਸ ਕਰਕੇ ਬ੍ਰਾਹਮਣ ਕਹਿ ਰਹੇ ਨੇ ਭਾਈ ਢੇਸੀ ਤੇ ਭਾਈ ਜੋਧ ਨੂੰ, ਤੁਸੀਂ ਸਿੱਖਾਂ ਦਾ ਝੂਠਾ ਲੰਗਰ ਕਿਉਂ ਛਕਦੇ ਹੋ? ਤੇ ਗਾਇਤਰੀ ਤਰਪਨ ਸੰਧਿਆ ਪਿੰਡ ਪਤਲ ਜਨਮ ਮਰਨ ਦੀ ਕਿਰਿਆ ਤਿਆਗ ਕੇ। ਦੇਖੋ ਇਹ ਜਿਹੜੇ ਗਾਇਤਰੀ ਦਾ ਮੰਤਰ ਪੜ੍ਹਨਾ, ਇਹਨੂੰ ਛੱਡ ਕੇ ਤੁਸੀਂ ਮੂਲ ਮੰਤਰ ਪੜ੍ਹਨ ਲੱਗੇ, ਗੁਰ ਮੰਤਰ ਪੜ੍ਹਨ ਲੱਗੇ, ਤਰਪਨ ਕਰਨਾ, ਸੰਧਿਆ ਕਰਨੀ, ਹਾਂਜੀ, ਫਿਰ ਪਿੰਡ ਪੱਤਲ ਕਹਿੰਦਾ, ਫਿਰ ਜਨਮ ਮਰਨ ਦੀ ਜਿਹੜੀ ਵੀ ਕਿਰਿਆ ਹੈ, ਜਿਹੜੇ ਜਨਮ ਵੇਲੇ ਕੀਤਾ ਜਾਂਦਾ ਮੁੰਡਨ, ਉਹ ਨਹੀਂ ਤੁਸੀਂ ਕਰਦੇ। ਮਰਨ ਲੱਗੇ ਜਿਹੜਾ ਕਪਲ ਜਾਂ ਹੋਰ ਜਿਹੜਾ ਹੈ ਉਹ ਜਿਹੜੇ ਖੋਪੜੀਆਂ ਤੋੜਦੇ ਹਨ, ਉਹ ਜਿਹੜੇ ਸਾਰੇ ਜਿਹੜੇ ਮੰਤਰ ਪੜ੍ਹੇ ਜਾਂਦੇ ਹਨ ਮਰਨ ਵੇਲੇ, ਉਹ ਵੀ ਨਹੀਂ ਤੁਸੀਂ ਕਰਦੇ। ਤੁਸੀਂ ਤਾਂ ਹੁਣ ਹੋਰੇ ਕੰਮ ਕਰ ਲਿਆ। ਹੁਣ ਅਰਦਾਸ ਤੇ ਕੜਾ ਹੋ ਮਿਰਤਕ ਤੇ ਖਾਵਦੇ ਹੋ। ਤੇ ਤੁਸੀਂ ਤਾਂ ਸਿਰਫ ਜਿਹੜਾ ਹੈ ਤੁਸੀਂ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਖਾਂਦੇ ਹੋ। ਦੇਖੋ ਜਿੱਥੇ ਘਰ ਚ ਮਿਰਤਕ ਹੋਵੇ, ਹਿੰਦੂ ਲੋਕ ਜਿਹੜੇ ਹਨ ਉਹ ਘਰ ਵਿੱਚ ਖਾਣਾ ਨਹੀਂ ਬਣਦਾ, ਉੱਥੇ ਜਿਹੜਾ ਚੁੱਲ੍ਹੇ ਨੂੰ ਅੱਗ ਨਹੀਂ ਦਿੱਤੀ ਜਾਂਦੀ। ਕਹਿੰਦੇ ਤੁਸੀਂ ਤਾਂ ਕੜਾਹ ਪ੍ਰਸ਼ਾਦ ਬਣਾ ਕੇ ਖਾਂਦੇ ਹੋ ਮਿੱਠਾ। ਹਾਂਜੀ, ਜੇ ਭਾਵੇਂ ਜਿਹੜਾ ਕੋਈ ਮਰਿਆ ਹੋਵੇ ਉਹਦੇ ਪਰਥਾਏ ਤੁਸੀਂ ਕੜਾਹ ਪ੍ਰਸ਼ਾਦ ਬਣਾ ਕੇ ਖਾਂਦੇ ਹੋ। ਇਹ ਤਾਂ ਬਿਲਕੁਲ ਉਲਟ ਰੀਤੀ ਹੋ ਗਈ। ਹਾਂਜੀ, ਸੋ ਉਹ ਕਹਿੰਦੇ ਹਨ ਜਿਹੜਾ ਇਹ ਰੀਤੀ ਹੈ ਪੁਰਾਣੀ ਤੁਰੀ ਆਈ ਵੀ ਉਹ ਘਰ 'ਚ ਅਸੀਂ ਅੱਗ ਨਹੀਂ ਬਾਲਦੇ, ਲੋਕਾਂ ਨੂੰ ਕੁਝ ਖਾਣ ਨੂੰ ਨਹੀਂ ਅਸੀਂ ਦਿੰਦੇ, ਤੁਸੀਂ ਤਾਂ ਚੰਗਾ ਕੜਾਹ ਪ੍ਰਸ਼ਾਦ ਬਣਾ ਕੇ ਛਕਾਉਂਦੇ ਹੋ। ਅਸੀਂ ਤੇਰੀ ਸ਼ਰਨ ਆਏ ਹਾਂ। ਕਹਿੰਦੇ ਇਹ ਜਿਹੜੇ ਦੋਵੇਂ ਗੁਰਸਿੱਖ ਨੇ ਜੋ ਬ੍ਰਾਹਮਣ ਜਾਤੀ ਵਿੱਚੋਂ ਹਨ, ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਸਾਡਾ ਤਾਂ ਤੁਸੀਂ ਉਧਾਰ ਕੀਤਾ ਹੈ ਮਹਾਰਾਜ, ਤੁਸੀਂ ਤਾਂ ਸਾਡਾ ਉਧਾਰ ਕਰਤਾ, ਸਾਨੂੰ ਗੁਰਸਿੱਖੀ ਬਖਸ਼ਿਸ਼ ਕਰਕੇ ਸਾਨੂੰ ਲਿਬਰੇਟ ਕਰਤਾ। ਜੋ ਬ੍ਰਾਹਮਣਾਂ ਦਾ ਅਭਿਮਾਨ ਨਾ ਦੂਰ ਹੋਇਆ ਹੈ। ਮਹਾਰਾਜ, ਜੋ ਬ੍ਰਾਹਮਣਾਂ ਦਾ ਅਭਿਮਾਨ, ਜੋ ਸਾਡੇ ਬਰਾਦਰੀ ਦੇ ਬ੍ਰਾਹਮਣ ਹਨ, ਉਹਨਾਂ ਦਾ ਅਭਿਮਾਨ, ਉਹਨਾਂ ਦਾ ਹੰਕਾਰ ਉੱਚੀ ਜਾਤੀ ਦਾ ਹਜੇ ਦੂਰ ਨਹੀਂ ਹੋਇਆ। ਤੇ ਤੇਰੇ ਸਿੱਖਾਂ ਦਾ ਤੇ ਤੁਹਾਡੀ ਰਸਨਾ ਦਾ ਸੀਤ ਪ੍ਰਸਾਦ ਸਾਨੂੰ ਪ੍ਰਾਪਤ ਹੋਇਆ ਹੈ। ਮਹਾਰਾਜ, ਤੁਹਾਡੇ ਸਿੱਖਾਂ ਦੀ, ਹਾਂਜੀ, ਜੋ ਕਿ ਉਹਨਾਂ ਦੀ ਰਸਨਾ ਨੂੰ ਲੱਗਿਆ ਹੋਇਆ ਭੋਜਨ ਸਾਨੂੰ ਪ੍ਰਾਪਤ ਹੋਇਆ। ਇਹ ਸੀਤ ਪ੍ਰਸਾਦ ਮਹਾਰਾਜ ਤੁਸੀਂ ਭੋਗ ਲਾ ਕੇ ਸਾਨੂੰ ਛਕਾਉਂਦੇ ਹੋ। ਤੇ ਮਹਾਰਾਜ ਦੇ ਨਾਮ ਸਾਨੂੰ ਪ੍ਰਾਪਤ ਹੋਇਆ ਹੈ। ਤੇ ਮਹਾਰਾਜ, ਉਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਵਾਹਿਗੁਰੂ, ਉਹ ਸਾਨੂੰ ਹੁਣ ਪ੍ਰਾਪਤ ਹੋਇਆ ਆਪ ਜੀ ਦੀ ਕਿਰਪਾ ਸਦਕਾ। ਆਪ ਜੀ ਨੂੰ ਗੁਰੂ ਧਾਰਨ ਕਰਨ ਕਰਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ। ਪਰ ਅਸੀਂ ਉਹਨਾਂ ਨੂੰ ਕੌਣ ਉੱਤਰ ਦੇਵੀਏ? ਮਹਾਰਾਜ, ਪਰ ਉਹਨਾਂ ਨੂੰ ਅਸੀਂ ਆਨਸਰ ਵੀ ਤਾਂ ਦੇਣਾ ਹੈ ਨਾ। ਉਹਨਾਂ ਨੂੰ ਅਸੀਂ ਆਨਸਰ ਕੀ ਦਈਏ? ਸਾਰੇ ਜਿਹੜੇ ਸਵਾਲ ਉਹਨਾਂ ਨੇ ਸਾਨੂੰ ਕੀਤੇ ਹਨ। ਤਾਂ ਬਚਨ ਹੋਆ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਉਹਨਾਂ ਦੀ ਬੇਨਤੀ ਨੂੰ ਸੁਣ ਕੇ। ਇਹੋ ਅੰਮ੍ਰਿਤਸਰ ਨਿਰੰਕਾਰ ਦੀ ਪੁਰੀ ਹੈ। ਦੇਖੋ ਇਹ ਅੰਮ੍ਰਿਤਸਰ ਜਿਹੜਾ ਹੈ ਇਹ ਪਰਮੇਸ਼ਰ ਦੀ ਪੁਰੀ ਹੈ। ਇਹ ਸ਼ਹਿਰ ਪਰਮੇਸ਼ਰ ਦਾ, ਉਹ ਪਾਰਬ੍ਰਹਮ ਪਰਮੇਸ਼ਰ ਦਾ ਸ਼ਹਿਰ ਹੈ, ਜਿੱਥੇ ਬ੍ਰਹਮੇ ਅਰ ਵਿਸ਼ਨ ਅਰ ਸ਼ਿਵ ਦੀ ਪੁਰੀ ਅਰ ਤੀਰਥ ਸਭੇ ਹੀ ਪਵਿੱਤਰ ਹੁੰਦੇ ਹੈ। ਦੇਖੋ ਇਹ ਉਹ ਪੁਰੀ ਹੈ, ਉਹ ਪਰਮੇਸ਼ਰ ਪਾਰਬ੍ਰਹਮ ਪਰਮੇਸ਼ਰ। ਦੇਖੋ ਬਾਕੀ ਸਾਰੇ ਤੀਰਥ ਦੇਵਤਿਆਂ ਦੇ ਨੇ, ਦੇਵਤਿਆਂ ਦੇ ਬਣਾਏ ਹੋਏ ਨੇ, ਤੇ ਦੇਵਤਿਆਂ ਦੀ ਉੱਥੇ ਪੂਜਾ ਹੁੰਦੀ ਆ, ਦੇਵਤਿਆਂ ਦੀ, ਦੇਵੀਆਂ ਦੀ ਉੱਥੇ ਪੂਜਾ ਹੁੰਦੀ ਆ। ਪਰ ਇਹ ਇੱਕੋ ਇੱਕ ਤੀਰਥ ਹੈ ਪਰਮੇਸ਼ਰ ਦਾ, ਜਿੱਥੇ ਸਿਰਫ ਪਰਮੇਸ਼ਰ ਦੀ ਉਹ ਗੱਲ ਹੁੰਦੀ ਆ, ਹੋਰ ਕਿਸੇ ਦੀ ਨਹੀਂ ਹੁੰਦੀ। ਇੱਥੇ ਸਿਰਫ ਕੀਰਤਨ ਪਰਮੇਸ਼ਰ ਦਾ ਹੀ ਹੁੰਦਾ ਹੈ, ਪੂਜਾ ਇੱਥੇ ਪਰਮੇਸ਼ਰ ਦੀ ਉਹ ਹੁੰਦੀ ਹੈ। ਇਸ ਕਰਕੇ ਜਿੰਨੇ ਵੀ ਤੁਹਾਡੇ ਜਿਹੜੇ ਹਨ ਵੱਡੇ ਬ੍ਰਹਮਾ ਹੈ, ਸ਼ਿਵ ਜੀ ਹੈ, ਵਿਸ਼ਨੂੰ ਹੈ, ਜਾਂ ਜਿੰਨੇ ਵੀ ਤੀਰਥ ਹਨ, ਉਹ ਵੀ ਇਹੀ ਸ਼ਹਿਰ ਵਿੱਚ ਪਰਮੇਸ਼ਰ ਦੀ ਪੁਰੀ ਦੇ ਵਿੱਚ ਆ ਕੇ ਪਵਿੱਤਰ ਹੁੰਦੇ ਨੇ। ਉਹਨਾਂ ਨੂੰ ਵੀ ਇੱਥੋਂ ਹੀ ਪਵਿੱਤਰਤਾ ਮਿਲਣੀ ਹੈ, ਨਹੀਂ ਤਾਂ ਉਹ ਵੀ ਮੈਲੇ ਹੀ ਹਨ। ਜੋ ਪ੍ਰਿਥਵੀ ਇਸ ਦੀ ਚਰਨ ਧੂੜ ਵਿੱਚ ਨਿਵਾਸ ਕਰਦੇ ਹਨ, ਜੋ ਇੱਥੇ ਅੰਮ੍ਰਿਤਸਰ ਸ਼ਹਿਰ ਦੀ ਚਰਨ ਧੂੜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਧੂੜ ਦੇ ਵਿੱਚ ਉਹ ਰਹਿੰਦੇ ਨਿਵਾਸ ਕਰਦੇ ਹਨ। ਇਹ ਸਾਰੇ ਤੀਰਥ ਨੇ, ਸਾਰੇ ਤਿੰਨੇ ਦੇਵਤੇ ਵੀ ਇੱਥੇ ਹੀ ਆ ਜਿਹੜੀਆਂ ਹਨ। ਸਿਰ 90 ਕਰੋੜ ਜਿਹੜੀਆਂ ਦੇਵੀਆਂ ਨੇ, 33 ਕਰੋੜ ਦੇਵਤੇ ਨੇ, ਉਹ ਵੀ ਇੱਥੇ ਵਸਦੇ ਹਨ ਸਾਰੇ। ਇੱਥੇ ਸਾਥ ਹੀ ਜਲ ਕਾ ਤੀਰਥ ਹੈ। ਦੇਖੋ ਇੱਥੇ ਇੱਕ ਤਾਂ ਪਰਮੇਸ਼ਰ ਦਾ ਆਪਣਾ ਵਾਸਾ ਹੈ, ਦੂਸਰਾ ਇੱਥੇ ਜਲ ਦਾ ਵੀ ਤੀਰਥ ਹੈ, ਇੱਥੇ ਜਿਹੜਾ ਪਾਣੀ ਦਾ ਵੀ ਤੀਰਥ ਹੈ। ਜੋ ਇੱਥੇ ਪਾਣੀ ਹੈ ਪੂਲ ਹੈ ਅੰਮ੍ਰਿਤ ਦਾ, ਕਿਉਂਕਿ ਅੰਮ੍ਰਿਤ ਦੇ ਪੂਲ ਦਾ ਜਿਹੜਾ ਕੀ ਫਰਕ ਹੈ, ਦੇਖੋ ਮਹਾਰਾਜ ਇੱਥੇ ਦੋ ਗੱਲਾਂ ਸਮਝਾਉਣਗੇ ਆਪਾਂ ਨੂੰ। ਇੱਕ ਤਾਂ ਜਲ ਦਾ ਤੀਰਥ ਹੈ, ਇੱਕ ਨਾਮ ਦਾ ਤੀਰਥ ਹੈ।
ਜਲ ਦਾ ਤੀਰਥ ਉਹ ਤੀਰਥ ਹੈ ਜਿੱਥੇ ਕੋਈ ਬੰਦਾ ਨਾਮ ਨਾ ਜਪ ਸਕੇ, ਉਹਦੀ ਪਹੁੰਚ ਉੱਥੇ ਤੱਕ ਨਾ ਹੋਵੇ, ਜਾਂ ਬੰਦਾ ਮਰਨ ਤੱਕ ਆ ਜਾਵੇ, ਜਿਹਦਾ ਸਵਾਸ ਹੀ ਇੱਕ ਦੋ ਰਹਿ ਜਾਵੇ, ਉਹਨੂੰ ਨਾਮ ਜਪਣ ਦਾ ਟਾਈਮ ਹੀ ਨਾ ਹੈ ਉਹਦੇ ਕੋਲ ਉਹਨੇ ਸਵਾਸ ਵੀ ਨਾ ਹੋਣ, ਜਾਂ ਬੰਦੇ ਦੀ ਮੂੜਤਾ ਇੰਨੀ ਜ਼ਿਆਦਾ ਹੋਵੇ ਕਿ ਉਹ ਨਾਮ ਜਪਣ ਜੋਗਾ ਹੀ ਨਹੀਂ ਹੈਗਾ, ਤਾਂ ਇੱਥੇ ਜਿਹੜਾ ਹੈ ਜਲ ਵਿੱਚ ਜਿਹੜਾ ਹੈ ਇਹ ਜਲ ਵਿੱਚ ਇਸ਼ਨਾਨ ਕਰਕੇ ਜਲ ਨੂੰ ਪੀ ਕੇ ਉਹ ਵੀ ਪਵਿੱਤਰ ਹੋ ਜਾਂਦੇ ਨੇ। ਮਹਾਰਾਜ ਨੇ ਦੇਖੋ ਉਹਨਾਂ ਦਾ ਵੀ ਉਪਕਾਰ ਦੱਸਿਆ, ਉਪਚਾਰ ਵੀ ਉਹ ਪਵਿੱਤਰ ਕਿਵੇਂ ਹੋਣਗੇ। ਸੋ ਦੂਸਰਾ ਨਾਮ ਦਾ ਤੀਰਥ ਹੈ। ਗੁਰੂ ਮਹਾਰਾਜ ਇੱਥੇ ਇਹ ਗੱਲ ਸਮਝਾ ਰਹੇ ਨੇ ਕਿਉਂਕਿ ਜਿੰਨੇ ਵੀ ਹਿੰਦੂ ਮਤ ਦੇ ਤੀਰਥ ਹਨ ਸਾਰਿਆਂ ਵਿੱਚ ਪਾਣੀ ਹੈ, ਸਾਰਿਆਂ ਵਿੱਚ ਜਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਲ ਜੋ ਅੰਮ੍ਰਿਤ, ਇਹ ਅੰਮ੍ਰਿਤ ਜਲ ਹੈ, ਇਹ ਅੰਮ੍ਰਿਤ ਦਾ ਕੁੰਟ ਹੈ, साथ ही नाम का तीर्थ है। ਸਾਥ ਹੀ ਇਹ ਨਾਮ ਦਾ ਵੀ ਤੀਰਥ ਹੈ ਜਿੱਥੇ 24 ਘੰਟੇ ਨਾਮ ਜਪਿਆ ਜਾਂਦਾ ਹੈ, ਜਿੱਥੇ ਪਰਮੇਸ਼ਰ ਦੀ ਕੀਰਤੀ ਨੂੰ ਗਾਇਆ ਜਾਂਦਾ ਹੈ। ਇਹ ਨਾਮ ਦਾ ਵੀ ਤੀਰਥ ਹੈ, ਇਹ ਜਲ ਦਾ ਵੀ ਤੀਰਥ ਹੈ। साथ ही सब साध संत भजन करने वाले ਇੱਥੇ ਹੀ ਨਿਵਾਸ ਕਰਦੇ ਹਨ। ਤੇ ਜਿੰਨੇ ਵੀ ਸਾਧ ਸੰਤ ਹਨ ਉਹ ਵੀ ਇੱਥੇ ਹੀ ਆ ਕੇ ਆਪਣੇ ਭਜਨ ਸਿਮਰਨ ਵਿੱਚ ਲੀਨ ਰਹਿੰਦੇ ਨੇ। ਸੋ ਉਹਨਾਂ ਦਾ ਜਿਹੜਾ ਔਰਾ ਹੈ, ਉਹਨਾਂ ਦੀ ਜਿਹੜੀ ਪ੍ਰਭਾਵਿਤ ਹੈ, ਉਹਨਾਂ ਦਾ ਜਿਹੜਾ ਬਣਾਇਆ ਹੋਇਆ এনवायरमेंट ਉਹ ਵੀ ਬੜਾ ਵਧੀਆ ਹੈ, ਕਿਉਂਕਿ ਇੱਥੇ ਜਿਹੜੇ ਹਨ ਬੜੀ ਭਗਤੀ ਹੋ ਰਹੀ ਹੈ। ਉਹ ਭਗਤੀ ਦਾ ਅਸਰ ਹਰ ਪਾਸੇ ਇਹ ਹਵਾ ਵਿੱਚ ਸਾਰੇ ਚੌਫੇਰੇ ਹੁੰਦਾ ਹੈ। गंगा जमुना गोदावरी सरस्वती ते करहे उद्यम धूर साधु की ताई। ਦੇਖੋ ਇਹ ਸ਼ਬਦ ਹੈ ਜਿਹੜਾ ਹੈ ਮਲਾਰ ਮਹੱਲਾ ਚੌਥਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1200 ਜਿਹੜਾ ਹੈ 63 ਦੇ ਵਿੱਚ ਜਾਂ ਜਿਹੜਾ ਹੈ 63 ਅੰਗ ਤੇ ਹੈ, 1263 ਅੰਗ ਤੇ ਹੈ। ਇਹ ਜਿਹੜਾ ਸ਼ਬਦ ਵਿੱਚ ਮਹਾਰਾਜ ਜੀ ਕਹਿੰਦੇ ਹਨ ਗੰਗਾ ਜਿਹੜੀ ਜਮਨਾ ਹੋਈ, ਗੋਦਾਵਰੀ ਹੋਈ, ਸਰਸਵਤੀ ਹੋਈ, ਜਿਹੜਾ ਹੈ ਉਹ ਸਾਰੇ ਜਿੰਨੇ ਵੱਡੇ ਵੱਡੇ ਤੀਰਥ ਹਨ ਇਹ ਵੱਡੀਆਂ ਵੱਡੀਆਂ ਨਦੀਆਂ ਦੇ ਕਿਨਾਰੇ ਬਣੇ ਹੋਏ, ਤਾਂ ਕਹਿੰਦੇ ਉਦਮ ਧੂਰ ਸਾਧੂ ਕੀ ਤਾਈ, ਉਹ ਵੀ ਸਾਧੂ ਦੀ ਧੂਰ ਨੂੰ ਲੋਚਦੇ ਹਨ। ਤੀਰਥ ਵੀ ਕਹਿੰਦੇ ਹਨ ਵੀ ਅਸੀਂ ਮੈਲੇ ਹੋ ਗਏ, ਸਾਨੂੰ ਪਵਿੱਤਰ ਕਰਨ ਵਾਲੀ ਉਹ ਪਰਮੇਸ਼ਰ ਦੇ ਪਿਆਰਿਆਂ ਦੀ ਧੂੜ ਹੈ। ਕਿਲ ਵਿਖ ਮੈਲ ਭਰੇ ਹਮਰੇ ਵਿੱਚ। ਕਹਿਣ ਲੱਗੇ ਦੇਖੋ ਇਹ ਤੀਰਥ ਵੀ ਅਰਦਾਸ ਕਰਦੇ ਨੇ ਪਰਮੇਸ਼ਰ ਅੱਗੇ ਕਿ ਸਾਡੇ ਵਿੱਚ ਕਿਲ ਵਿਖ ਚਾਰ ਤਰ੍ਹਾਂ ਦੇ ਜਿਹੜੇ ਹਨ ਪਾਪ ਹੁੰਦੇ ਹਨ, ਬ੍ਰਾਹਮਣ, ਕੈਲੀ, ਘਾਤ, ਕੰਜਕਾ, ਅੰਚਾਰੀ ਕਾ ਧਾਨ। ਇਹ ਚਾਰ ਤਰ੍ਹਾਂ ਦੇ ਪਾਪਾਂ ਨੂੰ ਕਿਲ ਵਿਖ ਕਿਹਾ ਜਾਂਦਾ ਹੈ। ਇਹ ਕਿਲ ਵਿਖ ਨੇ ਕਹਿੰਦੇ ਇਹਨਾਂ ਦੀ ਮੈਲ ਕਰਕੇ ਜਿਹੜੇ ਬੰਦੇ ਇਹ ਪਾਪ ਕਰਕੇ ਸਾਡੇ ਵਿੱਚ ਆਉਂਦੇ ਨੇ, ਜਿਹੜਾ ਹਨ ਇਹ ਉਤਸ਼ਾਹ, ਇਹ ਭਰੋਸਾ ਲੈ ਕੇ ਵੀ ਇੱਥੇ ਆ ਕੇ ਸਾਡੇ ਪਾਪ ਧੋਤੇ ਜਾਣੇ ਨੇ, ਉਹ ਤੀਰਥ ਕਹਿੰਦੇ ਵੀ ਐਸੇ ਪਾਪੀਆਂ ਦੇ ਪਾਪ ਲੈ ਕੇ ਅਸੀਂ ਵੀ ਮੈਲੇ ਹੋ ਗਏ ਹਾਂ। ਇਸ ਕਰਕੇ ਕਹਿੰਦੇ ਮੈਲ ਭਰੇ ਹਮਰੇ ਵਿੱਚ, ਕਹਿੰਦੇ ਸਾਡੇ ਵਿੱਚ ਉਹ ਪਾਪ ਭਰ ਗਏ ਹਨ। ਹਮਰੀ ਮੈਲ, ਸਾਡੀ ਮੈਲ ਜਿਹੜੀ ਹੈ ਸਾਧੂ ਕੀ ਤੂਰ ਗਵਾਈ, ਸਾਡੀ ਮੈਲ ਤੀਰਥ ਕਹਿੰਦੇ ਸਾਡੀ ਮੈਲ ਨੂੰ ਗਾਉਣ ਵਾਲੇ ਸਾਧੂ ਸੰਤਾਂ ਦੀ ਧੂੜ ਹੈ, ਜੋ ਪਰਮੇਸ਼ਰ ਦੇ ਪਿਆਰਿਆਂ ਦੀ ਧੂੜ ਹੈ। ਉਹਦੇ ਕਰਕੇ ਅਸੀਂ ਵੀ ਨਿਰਮਲ ਹੁੰਦੇ ਹਾਂ। ਹੋਰ ਪਾਪੀ ਜੀਓ ਜੋ ਤੀਰਥਾਂ ਵਿੱਚ ਇਸ਼ਨਾਨ ਕਰਦੇ ਹਨ। ਹੋਰ ਵੀ ਪਾਪੀ ਜੀਵ ਜਿਹੜੇ ਆ ਕੇ ਤੀਰਥਾਂ ਤੇ ਇਸ਼ਨਾਨ ਕਰਦੇ ਹਨ, ਉਹਨਾਂ ਦੇ ਵਿੱਚ ਪਾਪਾਂ ਦੀ ਮੈਲ ਤਿਆਗ ਆਵਦੇ ਹਨ। ਉਹਨਾਂ ਤੀਰਥਾਂ ਤੇ ਆਪਣੀ ਪਾਪਾਂ ਦੀ ਮੈਲ ਨੂੰ ਛੱਡ ਕੇ ਆ ਜਾਂਦੇ ਹਨ। ਤੇ ਤੀਰਥ ਜੋ ਅੰਮ੍ਰਿਤਸਰ ਆਵਦੇ ਹਨ, ਉਹ ਫੇ ਤੀਰਥ ਚੱਲ ਕੇ ਸ੍ਰੀ ਅੰਮ੍ਰਿਤਸਰ ਨੂੰ ਆਉਂਦੇ ਹਨ। ਤੇ ਸਿੱਖਾਂ ਦੀ ਚਰਨਾਂ ਦੀ ਧੂੜ ਉਹਨਾਂ ਉੱਪਰ ਪਾਉਂਦੀ ਹੈ। ਤੇ ਫਿਰ ਸਿੱਖਾਂ ਦੀ ਜਿਹੜੀ ਸਿੱਖ ਜਿਹੜੇ ਹਨ ਆਪਣੇ ਕਦਮ ਕਦਮ ਚੱਲ ਕੇ ਪਰਮੇਸ਼ਰ ਹਰਮੰਦਰ ਸਾਹਿਬ ਨੂੰ ਚੱਲ ਕੇ ਆਉਂਦੇ ਨੇ ਗੁਰੂ ਦੇ ਦਰਸ਼ਨਾਂ ਨੂੰ। ਉਹਨਾਂ ਦੀ ਧੂੜ ਜਦੋਂ ਇਹ ਤੀਰਥਾਂ ਤੇ ਪੈਂਦੀ ਹੈ ਤਾਂ ਇਹ ਨਿਰਮਲ ਹੁੰਦੇ ਹਨ। ਤੇ ਕਥਾ ਕੀਰਤਨ ਦੀ ਧੁਨ ਉਹਨਾਂ ਦੇ ਸਰਵਣ ਪਾਉਂਦੀ ਹੈ। ਤੇ ਫਿਰ ਕਥਾ ਤੇ ਕੀਰਤਨ ਦੀ ਜਿਹੜੀ ਧੁਨ ਹੈ ਉਹਨਾਂ ਦੀ ਸਰਵਣੀ ਪੈਂਦੀ ਹੈ, ਉਹਨਾਂ ਦੇ ਕੰਨੀ ਪੈਂਦੀ ਹੈ, ਤਾਂ ਉਹਨਾਂ ਦੀ ਪਾਪਾਂ ਦੀ ਮੈਲ ਦੂਰ ਹੁੰਦੀ ਹੈ। ਹੁਣ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜਾ ਸ਼ਹੀਦ ਭਾਈ ਮਨੀ ਸਿੰਘ ਜੀ ਲਿਖਦੇ ਹਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕਥਾ ਤੇ ਕੀਰਤਨ ਦੀ ਧੁਨ, ਉਹ ਸਮਿਆਂ ਦੇ ਵਿੱਚ ਜਿਹੜਾ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਹ ਰੀਤੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ੁਰੂ ਕੀਤੀ, ਜੋ ਕਿ ਆਪ 2 ਵਕਤ ਕਥਾ ਕਰਿਆ ਕਰਦੇ ਸਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ। ਸੋ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਕਥਾ ਹੋਇਆ ਕਰਦੀ ਸੀ ਗੁਰਬਾਣੀ ਦੀ। ਸੋ ਜਿਹੜਾ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਆਪ ਕਰਿਆ ਕਰਦੇ ਸਨ। ਸੋ ਇਹ ਰੀਤੀ ਚਲਦੀ ਆਈ ਜਦੋਂ ਤੱਕ ਜਿਹੜਾ ਹੈ ਇਹ ਸਮਾਂ ਜਿਹੜਾ ਹੈ ਕਾਫੀ ਜਿਹੜਾ 1940 ਤੱਕ ਵੀ ਸੁਣਿਆ ਹੈ ਵੀ ਇਹ ਕਥਾ ਹੋਇਆ ਕਰਦੀ ਸੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ।
ਪਰ ਬਾਅਦ ਵਿੱਚ ਇਹ ਬੰਦ ਕੀਤੀ ਗਈ ਹੈ। ਸੋ ਜਦੋਂ ਅੰਗਰੇਜ਼ਾਂ ਦੇ ਇਨਫਲੂਐਂਸ ਵਿੱਚ ਆ ਕੇ ਸੋ ਉੱਥੇ ਇਹ ਕਥਾ ਬੰਦ ਕਰ ਦਿੱਤੀ ਵੀ ਸ੍ਰੀ ਹਰਿਮੰਦਰ ਸਾਹਿਬ 'ਚ ਕਥਾ ਨਹੀਂ ਹੋਵੇਗੀ। ਸੋ ਇਸ ਕਰਕੇ ਇਹ ਜਿਹੜੀ ਹੈ ਜਿਹੜਾ ਸ਼ਹੀਦ ਭਾਈ ਮਨੀ ਸਿੰਘ ਤਾਂ ਕਰਕੇ ਇੱਥੇ ਲਿਖਦੇ ਹਨ, ਉਹ ਤੀਰਥ ਇੱਥੇ ਪਵਿੱਤਰ ਹੋ ਜਾਂਦੇ ਹਨ। ਕਹਿੰਦੇ ਉਹ ਤੀਰਥ ਇੱਥੇ ਆ ਕੇ ਪਵਿੱਤਰ ਹੁੰਦੇ ਆ। ਲੋਕ ਆਸ ਰੱਖਦੇ ਨੇ ਤੀਰਥ ਸਾਡੀ ਮੈਲ ਧੋਣਗੇ, ਤੀਰਥ ਆਸ ਰੱਖਦੇ ਨੇ ਸਾਡੀ ਮੈਲ ਹਰਿਮੰਦਰ ਸਾਹਿਬ ਵਿੱਚ ਧੋਤੀ ਜਾਣੀ ਹੈ। ਤਾਂ ਉਹਨਾਂ ਕਹਿਆ ਜੀ ਮੈਲ ਤਾਂ ਜਲ ਨਾਲ ਧੋਈਦੀ ਹੈ। ਤੇ ਉਹਨਾਂ ਨੇ ਕਿਹਾ, ਦੇਖੋ ਬ੍ਰਾਹਮਣ ਸੀਗੇ, ਸਿਆਣੇ ਸੀਗੇ, ਕਹਿੰਦੇ ਮਹਾਰਾਜ ਮੈਲ ਤਾਂ ਪਾਣੀ ਨਾਲ ਧੋਤੀ ਜਾਂਦੀ ਹੈ, ਧੂੜ ਨਾਲ ਮੈਲ ਕਿਉਂ ਕਰ ਧੋਈਦੀ ਹੈ? ਕਹਿੰਦੇ ਧੂੜ ਨਾਲ ਮੈਲ ਕਿਵੇਂ ਧੋਤੀ ਜਾ ਸਕਦੀ ਹੈ? ਹਾਂਜੀ, ਧੂੜ ਜਿਹੜੀ ਹੈ ਡਸ ਦੇ ਨਾਲ ਕੌਣ ਮੈਲ ਧੋਂਦਾ ਹੈ? ਤਾਂ ਬਚਨ ਹੋਇਆ, ਤਾਂ ਬਚਨ ਹੋਇਆ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ। ਬਸਤਰ ਵਿੱਚ ਵੀ ਮੈਲ ਹੁੰਦੀ ਹੈ। ਦੇਖੋ ਬਸਤਰਾਂ ਵਿੱਚ ਮੈਲ ਹੁੰਦੀ ਹੈ, ਜਿਹੜੇ ਆਪਾਂ ਜਿਹੜੇ ਕਲੋਥਿੰਗ ਪਾਉਂਦੇ ਹਾਂ, ਸ਼ਰਟਸ ਪੈਂਟਸ ਪਾਉਂਦੇ ਹਾਂ, ਇਹਨਾਂ ਵਿੱਚ ਜਾਂ ਆਪਾਂ ਚੋਲੇ ਪਾਉਂਦੇ ਹਾਂ, ਇਹਨਾਂ ਦੇ ਵਿੱਚ ਵੀ ਮੈਲ ਹੁੰਦੀ ਹੈ। ਤੇ ਸੱਜੀ ਸਾਬਣ ਵੀ ਮੈਲ ਰੂਪ ਹੈ। ਤੇ ਜਿਹੜਾ ਸੱਜੀ ਸਾਬਣ ਹੈ ਜੋ ਸੋਡਾ ਐਸ਼ ਦਾ ਬਣਿਆ ਹੋਇਆ ਹੈ, ਜੋ ਜਿਹੜਾ ਹੈ ਐਸ਼ਸ ਦਾ ਬਣਿਆ ਹੋਇਆ, ਜਾਂ ਕੋਈ ਇਹ ਜਿਹੇ ਵਸਤੂਆਂ ਜਾਂ ਤੇਲ ਦਾ ਬਣਿਆ ਹੁੰਦਾ ਹੈ, ਕਈ ਤਾਂ ਐਸੇ ਜਿਹੜੇ ਮਾਸ ਦੇ ਵੀ ਬਣਦੇ ਹਨ। ਸੋ ਕਹਿੰਦੇ ਉਹ ਵੀ ਤਾਂ ਕਿਹੜੇ ਸਾਫ਼ ਜਿਹੜੀਆਂ ਹਨ ਵਸਤੂਆਂ ਦੇ ਬਣਦੇ ਹਨ, ਪਰ ਵਸਤਰਾਂ ਦੀ ਮੈਲ ਗਵਾਵਣ ਨੂੰ ਸਮਰੱਥ ਹੈ। ਪਰ ਦੇਖੋ ਉਹਨਾਂ ਵਿੱਚ ਇੱਕ ਸਮਰੱਥਾ ਹੈ, ਉਹ ਜਿਹੜੀਆਂ ਹਨ ਵਸਤਰਾਂ ਦੀ ਮੈਲ ਧੋ ਲੈਂਦੇ ਹਨ। ਭਾਵੇਂ ਸਾਬਣ ਵੀ ਜਿਹੜਾ ਪਵਿੱਤਰ ਚੀਜ਼ਾਂ ਦੇ ਨਹੀਂ ਬਣੇ ਹੋਏ, ਤਾਂ ਫਿਰ ਵੀ ਉਹਨਾਂ ਵਿੱਚ ਸਮਰੱਥਾ ਹੈ ਕਿ ਉਹ ਝੱਗੇ ਜਾਂ ਜਿਹੜੇ ਆਪਣੇ ਚੋਲੇ ਹੁੰਦੇ ਹਨ ਉਹ ਕੱਪੜਿਆਂ ਦੀ ਮੈਲ ਨੂੰ ਧੋਣ ਜੋਗੇ ਹੁੰਦੇ ਹਨ। ਐਸੇ ਸੰਤਾਂ ਦੀ ਧੂੜ ਪਾਪਾਂ ਦੀ ਮੈਲ ਗਵਾਵਣ ਨੂੰ ਸਮਰੱਥ ਹੈ। ਐਸੇ ਹੀ ਕਹਿੰਦੇ ਇਸੇ ਤਰ੍ਹਾਂ ਹੀ ਸੰਤਾਂ ਦੀ ਜਿਹੜੀ ਧੂੜ ਹੈ ਉਹ ਸਾਰੇ ਪਾਪਾਂ ਦੀ ਮੈਲ ਨੂੰ ਧੋਣ ਵਿੱਚ ਸਮਰੱਥ ਕੈਪੇਬਲ ਹੈ। ਤਾਂ ਹੋਰ ਥੇ ਇੱਕ ਜਲ ਦਾ ਹੀ ਤੀਰਥ ਹੈ। ਕਹਿਣ ਲੱਗੇ ਇਹ ਜਿਹੜਾ ਹੈ ਜਲ ਦਾ ਹੀ ਤੀਰਥ ਹੈ। ਹੋਰ ਪਾਸੇ ਜਾਓ, ਜਿੱਥੇ ਵੀ ਜਾਓ ਦੁਨੀਆ ਵਿੱਚ, ਤੁਹਾਨੂੰ ਸਿਰਫ ਜਲ, ਪਾਣੀ, ਉੱਥੇ ਪਾਣੀ ਮਿਲੇਗਾ। ਤੀਰਥ ਦੇ ਉੱਤੇ ਉੱਥੇ ਨਦੀ ਹੋਵੇਗੀ, ਉੱਥੇ ਦਰਿਆ ਹੋਵੇਗਾ, ਉੱਥੇ ਸਰੋਵਰ ਤੁਹਾਨੂੰ ਮਿਲੇਗਾ, ਪਰ ਸਿਰਫ ਪਾਣੀ ਦਾ ਹੀ ਤੀਰਥ ਹੋਵੇਗਾ। ਇੱਥੇ ਸਾਥ ਹੀ ਜਲ ਦਾ ਤੀਰਥ ਹੈ। ਇੱਥੇ ਸਾਥ ਹੀ ਜਿਹੜਾ ਹੈ ਜਲ ਵੀ ਹੈ ਤੇ ਨਾਮ ਵੀ ਹੈ। ਸਾਥ ਹੀ ਨਾਮ ਦਾ ਤੀਰਥ ਹੈ। ਹਾਂ, ਸਾਥ ਹੀ ਨਾਮ ਦਾ ਤੀਰਥ ਹੈ। ਇੱਥੇ ਸਿਰਫ ਜਲ ਨਹੀਂ, ਇੱਥੇ ਨਾਮ ਵੀ ਹੈ ਪਰਮਾਤਮਾ ਦਾ। ਸੋ ਇਸ ਕਰਕੇ ਉਹ ਪਾਣੀ ਵੀ ਅੰਮ੍ਰਿਤ ਰੂਪ ਹੈ। ਸਿੱਖਾਂ ਨੇ ਪੁੱਛਿਆ ਸੀ ਜੋ ਹਰਮੰਦਰ ਕੈਸਾ ਰਚਿਆ? ਤਾਂ ਜਿਹੜਾ ਹੈ ਉਸ ਵੇਲੇ ਸਿੱਖਾਂ ਨੇ ਪੁੱਛਿਆ, ਕਹਿੰਦੇ ਇੱਕ ਵਾਰ ਸਿੱਖਾਂ ਨੇ ਇਹ ਗੱਲ ਪੁੱਛੀ ਸੀ। ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ, ਇਹ ਦੋ ਜਿਹੜੇ ਹਨ ਭਾਈ ਜਿਹੜਾ ਹਨ ਢੇਸੀ ਤੇ ਭਾਈ ਜੋਧ ਜੀ ਨੂੰ, ਕਹਿੰਦੇ ਵੀ ਇੱਕ ਵਾਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਗੱਲ ਪੁੱਛੀ ਸੀਗੀ ਵੀ ਹਰਮੰਦਰ ਸਾਹਿਬ ਕਿਉਂ ਰਚਿਆ ਹੈ, ਕਿਉਂ ਬਣਾਇਆ ਹੈ? ਬਚਨ ਹੋਆ ਜੈਸਾ ਜਹਾਜ਼ ਹੋਵੇ ਸੋ ਜੋ ਸਰਦਾ ਕਰਕੇ ਆਵੇ। ਕਹਿਣ ਲੱਗੇ ਦੇਖੋ ਬਚਨ ਹੋਆ, ਕਹਿੰਦੇ ਜਿਵੇਂ ਸਮੁੰਦਰ ਦੇ ਉੱਤੇ ਜਹਾਜ਼ ਹੁੰਦਾ ਹੈ, ਜੋ ਵੀ ਸ਼ਰਧਾ ਕਰਕੇ ਆਉਂਦਾ ਹੈ, ਸ਼ਬਦ ਸੁਣੇ ਉਸ ਦਾ ਪਾਰ ਉਤਾਰਾ ਹੋਵੇ। ਤੇ ਜਿਹੜਾ ਆ ਕੇ ਸ਼ਬਦ ਸੁਣਦਾ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਜਿਵੇਂ ਜਹਾਜ਼, ਜਿਹੜੇ ਬੰਦੇ ਨੂੰ ਸਵਿਮਿੰਗ ਵੀ ਨਹੀਂ ਆਉਂਦੀ, ਤਰਨਾ ਵੀ ਨਹੀਂ ਆਉਂਦਾ, ਉਹ ਵੀ ਪਾਰ ਹੋ ਜਾਂਦਾ ਹੈ। ਇਸੇ ਪ੍ਰਕਾਰ ਕਰਕੇ ਜਿਹਦੇ ਵਿੱਚ ਸਮਰੱਥਾ ਨਹੀਂ ਹੈ, ਜਿਹਦੇ ਵਿੱਚ ਉਹ ਕਰਮ ਨਹੀਂ ਹੈ ਮੁਕਤੀ ਹੋਣ ਦੇ, ਉਹ ਵੀ ਸ਼ਬਦ ਸੁਣ ਕੇ ਇਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ। ਹਰਮੰਦਰ ਜੀ ਜਹਾਜ਼ ਹੈ। ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਜੋ ਜਿਹੜਾ ਹਨ ਸਰੋਵਰ ਦੇ ਵਿਚਾਲੇ, ਇਹ ਜਹਾਜ਼ ਰੂਪ ਹੈ। ਇਹ ਹਰ ਨਾਮ ਮੁਹਾਣਾ ਹੈ। ਤੇ ਜਿਹੜਾ ਨਾਮ ਹੈ ਉਹ ਬੋਟਸਮੈਨ ਹੈ, ਉਹ ਕੈਪਟਨ ਹੈ ਇਹ ਜਹਾਜ਼ ਦਾ। ਇਹ ਜਹਾਜ਼ ਸ੍ਰੀ ਹਰਿਮੰਦਰ ਸਾਹਿਬ ਜਹਾਜ਼ ਹੈ। ਤੇ ਇਹ ਕਲਯੁਗੀ ਜਿਹੜਾ ਹੈ, ਜੋ ਕਲਯੁਗੀ ਰੂਪੀ ਜਿਹੜਾ ਸਮੁੰਦਰ ਹੈ, ਸੋ ਇਹਨੂੰ ਪਾਰ ਕਰਨ ਵਾਸਤੇ ਇਹ ਜਹਾਜ਼ ਦਾ ਕੈਪਟਨ ਕੌਣ ਹੈ? ਨਾਮ, ਪਰਮੇਸ਼ਰ ਦਾ ਨਾਮ ਇਹਦਾ ਕੈਪਟਨ, ਇਹਦਾ ਜਿਹੜਾ ਬੋਟਸਮੈਨ, ਫੈਰੀਮੈਨ ਹੈ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਦੇਖੋ ਤੀਰਥ ਨਹਾਉਣ ਜਾਈਏ ਤਾਂ ਤੀਰਥ ਨਾਮ ਹੀ ਹੈ, ਅਸਲ ਵਿੱਚ ਤੀਰਥ ਨਾਮ ਹੀ ਹੈ। ਸੋ ਫਿਰ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਦੇਖੋ ਤੀਰਥ ਜਿਹੜਾ ਹੈ ਸ਼ਬਦ ਜੀ ਵਿਚਾਰ ਵੀ ਇੱਕ ਤੀਰਥ ਹੈ, ਤੇ ਕਹਿੰਦੇ ਅੰਤਰ ਗਿਆਨ ਹੈ, ਜਿਸ ਦੇ ਅੰਦਰ ਗਿਆਨ ਵਸਿਆ ਹੋਇਆ ਹੈ। ਇਸ ਕਰਕੇ ਤੀਰਥ ਨਹਾਵਣ ਜਾਓ। ਮਹਾਰਾਜ ਕਹਿੰਦੇ ਤੀਰਥ ਨਹਾਉਣ ਵਾਸਤੇ ਜਾਓ। ਤੀਰਥ ਨਾਮ ਹੈ, ਤੀਰਥ ਨਾਮ ਵੀ ਹੈ। ਦੇਖੋ ਇੱਥੇ ਕਈ ਵਾਰੀ ਲੋਕ ਇਹਦਾ ਜਿਹੜਾ ਅਰਥ ਅਨਰਥ ਕਰ ਦਿੰਦੇ ਨੇ। ਉਹ ਕਹਿੰਦੇ ਵੀ ਤੀਰਥ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਨੂੰ ਤੀਰਥ ਨਾ ਕਹੋ, ਕਿਉਂਕਿ ਉਹ ਤਾਂ ਇੱਕ ਫਿਜ਼ੀਕਲ ਹੈ। ਵੀ ਗੁਰਬਾਣੀ ਚ ਲਿਖਿਆ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਕਹਿੰਦੇ ਵੀ ਤੀਰਥ ਨਾਮ ਹੀ ਹੈ। ਘਰੇ ਬੈਠੇ ਨਾਮ ਜਪੀ ਜਾਓ, ਤੀਰਥਾਂ ਚ ਜਾਣੇ ਦੀ ਕੋਈ ਲੋੜ ਨਹੀਂ। ਸ੍ਰੀ ਅੰਮ੍ਰਿਤਸਰ ਜਾਣ ਦੀ, ਸ੍ਰੀ ਹਰਿਮੰਦਰ ਸਾਹਿਬ ਜਾਣ ਦੀ, ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕੋਈ ਵੀ ਲੋੜ ਨਹੀਂ, ਕਿਉਂਕਿ ਤੀਰਥ ਨਾਮ ਹੈ। ਪਰ ਦੇਖੋ ਇੱਥੇ ਸ਼ਹੀਦ ਭਾਈ ਮਨੀ ਸਿੰਘ ਨੇ ਤੇ ਅਰਥ ਕੀਤੇ ਹਨ।
ਕਿ ਦੇਖੋ ਸਾਰੀ ਕਥਾ ਹੁਣ ਆਈ ਹੈ, ਕਹਿੰਦੇ ਉੱਥੇ ਤੀਰਥ ਜਲ ਦਾ ਵੀ ਹੈ ਤੇ ਨਾਮ ਵੀ ਹੈ। ਇੱਥੇ ਦੋਵੇਂ ਗੱਲਾਂ ਦਸੀਆਂ ਹਨ। ਤੀਰਥ ਨਹਾਵਣ ਜਾਓ, ਕਹਿੰਦੇ ਤੀਰਥ ਤੇ ਨਹਾਉਣ ਵਾਸਤੇ ਜਾਓ, ਤੀਰਥ ਨਾਮ ਹੈ, ਤੀਰਥ ਨਾਮ ਵੀ ਹੈ। ਇਹ ਦੋਨੇ ਨੇ ਇਕੱਠੇ ਹੋਣਾ ਹੈ। ਨਾ ਜਿਹੜਾ ਹਨ ਜਲ ਵੀ ਇਕੱਠਾ ਹੋਵੇਗਾ, ਨਾਮ ਵੀ ਚਾਹੀਦਾ ਹੈ, ਕਿਉਂਕਿ ਇੱਕ ਦੂਜੇ ਤੋਂ ਬਗੈਰ ਤੀਰਥ ਅਧੂਰਾ ਹੈ। ਜੇ ਤੀਰਥ ਤੇ ਸਿਰਫ ਜਲ ਹੋਵੇ ਤਾਂ ਵੀ ਨਹੀਂ ਗੱਲ ਬਣਦੀ, ਤੀਰਥ ਤੇ ਸਿਰਫ ਨਾਮ ਹੋਵੇ ਤਾਂ ਵੀ ਨਹੀਂ ਗੱਲ ਬਣਨੀ। ਇਹ ਗੱਲ ਬਣਨੀ ਹੈ ਦੋਵਾਂ ਦੇ ਨਾਲ, ਕਿਉਂਕਿ ਜਿਹੜਾ ਹੈ ਦੇਖੋ ਪਰਮੇਸ਼ਰ ਨੇ ਆਪਾਂ ਨੂੰ ਸਰੀਰ ਦਿੱਤਾ ਹੈ, ਇਹ ਪੰਜ ਭੂਤਕ ਸਰੀਰ ਆਪਾਂ ਨੂੰ ਦਿੱਤਾ ਹੈ, ਇਹਦੀ ਵੀ ਆਪਣੀ ਇੱਕ ਮਰਿਆਦਾ ਹੈ ਤੇ ਫਿਰ ਮਨ ਦੀ ਵੀ ਆਪਣੀ ਇੱਕ ਹੈ। ਸੋ ਇਸ ਕਰਕੇ ਜਿਹੜਾ ਆਪਣਾ ਅੰਤਸ਼ਕਰਨ ਹੈ ਉਹਨੂੰ ਨਿਰਮਲ ਕਰਨ ਵਾਸਤੇ ਨਾਮ ਹੈ, ਸਰੀਰ ਨੂੰ ਜਿਹੜਾ ਹੈ ਸਵੱਛ ਰੱਖਣ ਵਾਸਤੇ, ਸਰੀਰ ਨੂੰ ਪਵਿੱਤਰ ਕਰਨ ਵਾਸਤੇ ਜਲ ਦੀ ਲੋੜ ਹੈ। ਇਸ ਕਰਕੇ ਜਿਹੜਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਕਿਉਂ ਜ਼ਰੂਰੀ ਹੈ, ਕਿਉਂਕਿ ਉਹ ਵੀ ਤਾਂ ਹੈ ਨਾ ਇੱਕ ਸਰੀਰ ਦੀ ਮਰਿਆਦਾ ਹੈ। ਗੁਰੂ ਸਾਹਿਬ ਜੀ ਆਪ ਵੀ ਕਰਦੇ ਰਹੇ ਹਨ, ਆਪ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਰਹੇ ਹਨ ਤੇ ਸਿੱਖਾਂ ਨੂੰ ਵੀ ਇਹੀ ਆਦੇਸ਼ ਦਿੰਦੇ ਰਹੇ ਹਨ। ਤਾਂ ਮਹਾਰਾਜ ਨੇ ਦੇਖੋ ਇੱਕ ਜਲ ਹੈ, ਇੱਕ ਨਾਮ ਹੈ, ਦੋਨੋਂ ਹੀ ਚਾਹੀਦੇ ਹਨ। ਹੁਣ ਇਹਦਾ ਐਗਜ਼ਾਮਪਲ ਇੱਕ ਹੋਰ ਵੀ ਹੈ। ਜਦੋਂ ਮਹਾਰਾਜ ਜੀ ਚਰਨਾਮ੍ਰਿਤ ਦਿਆ ਕਰਦੇ ਸਨ, ਚਰਨਾਮ੍ਰਿਤ ਪਾਣੀ ਲੈ ਕੇ ਮਹਾਰਾਜ ਆਪਣਾ ਜਿਹੜਾ ਗੁੱਠਾ ਹੈ ਉਹ ਛੁਹਾਉਂਦੇ ਸਨ ਚਰਨਾਂ ਦਾ, ਤੇ ਉਹ ਚਰਨਾਮ੍ਰਿਤ ਬਣ ਜਾਂਦਾ ਸੀ। ਦੇਖੋ ਜਲ ਵੀ ਹੈ ਤੇ ਮਹਾਰਾਜ ਨੇ ਆਪਣਾ ਜਿਹੜਾ ਗੁੱਠਾ ਹੈ, ਮਹਾਰਾਜ ਨੇ ਆਪਣੀ ਬਖਸ਼ਿਸ਼ ਸਿੱਖਾਂ ਤੇ ਕੀਤੀ ਤੇ ਉਹਨਾਂ ਨੂੰ ਆਪਣੇ ਸਿੱਖ ਬਣਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਮਰਿਆਦਾ ਫਿਰ ਕੀਤੀ। ਮਹਾਰਾਜ ਨੇ ਜਲ ਲਿਆ ਕੇ, ਜਲ ਦੇ ਨਾਲ ਜਿਹੜਾ ਖੰਡਾ ਜਿਹੜਾ ਵਿੱਚ ਰੱਖ ਕੇ ਮਹਾਰਾਜ ਨੇ ਬਾਣੀਆਂ ਪੜ੍ਹੀਆਂ, ਜਿਨ੍ਹਾਂ ਨੂੰ ਆਪਾਂ ਪੰਜ ਬਾਣੀਆਂ ਕਹਿੰਦੇ ਆ, ਜਪਜੀ ਸਾਹਿਬ, ਜਾਪ ਸਾਹਿਬ, ਤੋਏ ਪ੍ਰਸਾਦ ਸਵਈਏ, ਹਾਂਜੀ, ਬੇਨਤੀ ਚੌਪਈ ਤੇ ਆਨੰਦ ਸਾਹਿਬ। ਪੰਜ ਬਾਣੀਆਂ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਬਾਣੀ ਕੀ ਹੈ, ਨਾਮ। ਪਹਿਲਾਂ ਜਲ ਸੀ, ਉੱਤੇ ਮਹਾਰਾਜ ਨੇ ਖੰਡਾ ਰੱਖਿਆ, ਖੰਡੇ ਦੇ ਨਾਲ ਜਿਹੜਾ ਹੈ ਉਹਨੂੰ ਜਿਹੜਾ ਹੈ ਉਹ ਖੰਡਾ ਫੇਰਦੇ ਹੋਏ ਬਾਣੀ ਪੜੀ, ਨਾਮ। ਦੇਖੋ ਦੋ ਚੀਜ਼ਾਂ ਫੇਰ ਆ ਗਈਆਂ, ਜਲ ਵੀ ਹੈ, ਨਾਮ ਵੀ ਹੈ। ਇਸ ਕਰਕੇ ਇਹ ਸ਼ਬਦ ਦਾ ਜਿਹੜਾ ਅਸਲੀ ਅਰਥ ਹੈ ਜੋ ਭਾਈ ਮਨੀ ਸਿੰਘ ਜੀ ਕਰ ਰਹੇ ਨੇ ਸ਼ਹੀਦ, ਜਿਨ੍ਹਾਂ ਨੇ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਪ ਸੁਣੇ ਹਨ, ਉਹ ਗਲਤ ਨਹੀਂ ਨਾ ਹੋ ਸਕਦੇ। ਸੋ ਉਹਨਾਂ ਨੇ ਕਿਹਾ ਹੈ ਤੀਰਥ ਨਹਾਵਣ ਜਾਓ, ਜਾਓ ਤੀਰਥ ਤੇ ਨਹਾਉਣ, ਮਹਾਰਾਜ ਦਾ ਇਹ ਹੁਕਮ ਹੈ। ਜਾਓ ਜਾ ਕੇ ਨਹਾਓ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ, ਹਰਮੰਦਰ ਸਾਹਿਬ ਦੇ ਵਿੱਚ, ਜਾਂ ਜਿੰਨੇ ਵੀ ਹੋਰ ਮਹਾਰਾਜ ਨੇ, ਜਿੰਨੇ ਵੀ ਪੰਜ ਤਖਤ, ਹੋਰ ਜਿੰਨੇ ਵੀ ਗੁਰਧਾਮ ਹਨ, ਜਾਓ ਜਾ ਕੇ ਉੱਥੇ ਇਸ਼ਨਾਨ ਕਰੋ। ਤੀਰਥ ਨਾਮ ਹੈ, ਤੀਰਥ ਨਾਮ ਵੀ ਹੈ। ਤੀਰਥ ਜਿਹੜਾ ਹੈ ਸਫਲ ਤਾਂ ਹੀ ਹੈ ਜੇ ਉੱਥੇ ਨਾਮ ਹੋਵੇਗਾ, ਤਾਂ ਫਿਰ ਤੀਰਥ ਸ਼ਬਦ ਵਿਚਾਰ, ਤੀਰਥ ਸ਼ਬਦ ਦੀ ਫਿਰ ਵਿਚਾਰ ਕਰਨੀ। ਤੀਰਥ ਤੇ ਜਦੋਂ ਨਹਾ ਲਏ, ਜਦੋਂ ਨਾਮ ਦੀ ਪ੍ਰਾਪਤੀ ਹੋਈ, ਨਾਮ ਜਪ ਲਿਆ, ਗੁਰੂ ਧਾਰਨ ਕਰ ਲਿਆ, ਤਾਂ ਤੀਰਥ ਸ਼ਬਦ ਵਿਚਾਰ। ਤੀਰਥ ਫਿਰ ਹਰ ਰੋਜ਼ ਉਸੇ ਤੀਰਥ ਵਿੱਚ ਜਿਹੜਾ ਫਿਰ ਨਹਾਉਣਾ ਕਰੋ, ਉਸ ਦੀ ਵਿਚਾਰ ਕਰਕੇ ਅੰਤਰ ਗਿਆਨ ਹੈ, ਫਿਰ ਅੰਦਰੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਜਿਹੜਾ ਹੈ ਇਹਦਾ ਜਿਹੜਾ ਅਰਥ ਅਨਰਥ ਨਹੀਂ ਕਰਨਾ, ਇਹ ਅਰਥ ਨੂੰ ਉਹੀ ਸਹੀ ਤਰੀਕੇ ਨਾਲ ਸਮਝਣਾ ਹੈ ਜਿਸ ਤਰ੍ਹਾਂ ਗੁਰਸਿੱਖਾਂ ਨੇ ਮਹਾਰਾਜ ਦੇ ਆਪ ਨੇ ਮੁਖਾਰ ਬਿੰਦ ਤੋਂ ਸੁਣੇ ਹੋਏ ਅਰਥ ਹਨ। ਗੰਗਾ ਆਦਿਕ ਜੋ ਤੀਰਥ ਹੈ ਮਹਾਰਾਜ ਦੇ ਚਰਨਾਂ ਥੀ ਉਤਪਤ ਹੋਏ ਹਨ। ਦੇਖੋ ਜਿੰਨਾ ਵੀ ਜਿਹੜੇ ਵੀ ਤੀਰਥ ਮਸ਼ਹੂਰ ਹਨ, ਤਿੰਨ ਯੁਗਾਂ ਦੇ ਤੀਰਥ ਹਨ, ਜਿਹੜਾ ਭਾਵੇਂ ਗੰਗਾ ਹੋਏ, ਹਾਂਜੀ, ਗੰਗਾ ਦਾ ਤੀਰਥ ਹੈ, ਆਦਿਕ ਜਿੰਨੇ ਵੀ ਤੀਰਥ ਹਨ ਉਹ ਸਾਰੇ ਪਰਮੇਸ਼ਰ ਦੇ ਚਰਨਾਂ ਤੋਂ ਹੀ ਜਿਹੜੇ ਹਨ ਬਣੇ ਹਨ। ਤੇ ਜੋ ਉਹਨਾਂ ਕੇ ਵਿੱਚ ਪ੍ਰਵੇਸ਼ ਕਰਤਾ ਹੈ, ਜੋ ਵੀ ਉਹ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਸ਼ਰਧਾ ਦੇ ਨਾਲ, ਉਸ ਕੋ ਸਮੁੰਦਰ ਮੈਂ ਜਾਏ ਪ੍ਰਾਪਤ ਕਰਤੇ ਹਨ। ਤੇ ਉਹ ਜਿਹੜੀਆਂ ਨਦੀਆਂ ਗੰਗਾ, ਜਮਨਾ ਜਿੰਨੀਆਂ ਵੀ ਹਨ, ਉਹ ਅਖੀਰ ਜਾ ਕੇ ਕਿੱਥੇ ਮੁੱਕਦੀਆਂ ਹਨ? ਸਮੁੰਦਰ 'ਚ ਜਾ ਕੇ ਸਮੁੰਦਰ ਰੂਪ ਬਣਦੀਆਂ ਹਨ। ਤੇ ਬਾਣੀ ਦਾ ਵਿਚਾਰ ਜੋ ਤੀਰਥ ਹੈ, ਤੇ ਬਾਣੀ ਦਾ ਜਿਹੜਾ ਵਿਚਾਰ ਇਹ ਵੀ ਇੱਕ ਤੀਰਥ ਹੈ। ਦੇਖੋ ਇਹ ਗੱਲ ਹਨ ਭਾਈ ਮਨੀ ਸਿੰਘ ਜੀ ਸਮਝਾ ਰਹੇ ਹਨ, ਜਿਹੜਾ ਕਿ ਸ਼ਬਦ ਆਇਆ ਸੀ ਤੀਰਥ ਸ਼ਬਦ ਵਿਚਾਰ। ਹੁਣ ਕਹਿੰਦੇ ਸ਼ਬਦ ਦਾ ਵਿਚਾਰ ਤੀਰਥ ਕਿਵੇਂ ਹੈ? ਬਾਣੀ ਦਾ ਵਿਚਾਰ ਜੋ ਤੀਰਥ ਹੈ ਸੋ ਗੁਰੂ ਕੀ ਰਸਨਾ ਥੀ ਉਤਪਤ ਹੋਏ ਹੈ। ਦੇਖੋ ਇਹ ਤੀਰਥ ਜੋ ਗੁਰਬਾਣੀ ਦੇ ਵਿਚਾਰ ਦਾ ਤੀਰਥ ਹੈ, ਇਹ ਕਿੱਥੋਂ ਸ਼ੁਰੂ ਹੋਇਆ? ਇਹ ਗੁਰੂ ਮਹਾਰਾਜ ਦੇ ਆਪਣੇ ਜਿਹੜੇ ਹਨ ਮੁਖ ਤੋਂ ਸ਼ੁਰੂ ਹੋਇਆ। ਮਹਾਰਾਜ ਨੇ ਆਪ ਇਹਦੇ ਅਰਥ ਕਰਕੇ ਗੁਰਸਿੱਖਾਂ ਨੂੰ ਸੁਣਾਏ। ਇਹ ਤੀਰਥ ਜਿਹੜਾ ਵਿਚਾਰ ਵਾਲਾ ਹੈ, ਇਹ ਗੁਰੂ ਦੇ ਆਪਣੇ ਮੁਖ ਤੋਂ ਹੀ ਬਣਿਆ ਹੈ, ਉੱਥੋਂ ਹੀ ਇਹਦੀ ਉਤਪਤੀ ਹੋਈ ਹੈ। ਤੇ ਵਿਚਾਰਨ ਕਰ ਨਾਰਾਇਣ ਦੇ ਚਰਨਾਂ ਤੇ ਸਰੂਪ ਵਿਖਿਆ ਜਾਏ ਪ੍ਰਾਪਤ ਕਰਦਾ ਹੈ। ਦੇਖੋ ਤੇ ਵਿਚਾਰਨ ਕਰਕੇ ਜਿਹੜਾ ਕੋਈ ਵਿਚਾਰ ਕਰੇਗਾ ਸ਼ਬਦ ਦੀ, ਉਹ ਨਾਰਾਇਣ, ਉਹ ਪਰਮੇਸ਼ਰ ਦੇ ਚਰਨਾਂ ਤੇ ਉਹਨਾਂ ਦੇ ਸਰੂਪ ਵਿੱਚ ਜਾ ਕੇ ਲੀਨ ਹੋ ਜਾਵੇਗਾ। ਉਹ ਉਹਨਾਂ ਦਾ ਰੂਪ ਬਣ
ਕੌਣ ਜਾਏਗਾ? ਅੰਤਰ ਗਿਆਨ ਹੈ ਨਾ, ਕਹਿੰਦੇ ਅੰਤਰ ਆਤਮੈ ਹੋ ਕੇ ਤੇ ਉਹ ਗਿਆਨ ਸਰੂਪ ਦੇ ਵਿੱਚ ਲੀਨ ਹੋ ਜਾਵੇਗਾ। ਸੋ ਇੱਥੇ ਦੋਨੋਂ ਅੰਮ੍ਰਿਤਾਂ ਕਰਤ ਇਹੋ ਸਰ ਭਰਪੂਰ ਹੈ। ਦੇਖੋ ਇਹ ਇੱਥੇ ਜਿਹੜਾ ਸ੍ਰੀ ਅੰਮ੍ਰਿਤਸਰ ਹੈ ਇਹ ਦੋਨੋਂ ਅੰਮ੍ਰਿਤ ਕਰਕੇ ਭਰਪੂਰ ਹੈ, ਕਿਉਂਕਿ ਜਦੋਂ ਤੱਕ ਕੋਈ ਨਾਮ ਨਹੀਂ ਸੁਣੇਗਾ ਉਹਨੂੰ ਬਾਣੀ ਦੀ ਪ੍ਰਾਪਤੀ ਨਹੀਂ ਹੋਣੀ। ਫਿਰ ਸ਼ਬਦ ਦੀ ਵਿਚਾਰ ਉਹ ਕੀ ਕਰੇਗਾ? ਉਹ ਸ਼ਬਦ ਦੀ ਵਿਚਾਰ ਤਾਂ ਕਰੇਗਾ ਤੇ ਅੰਤਰ ਗਿਆਨ ਹੈ। ਹੁਣ ਇਹਦੇ ਵਿੱਚ ਇੱਕ ਵਿਚਾਰ ਹੋਰ ਵੀ ਹੈ, ਤੀਰਥ ਨਹਾਵਣ ਜਾਓ, ਕਹਿੰਦੇ ਤੀਰਥਾਂ ਤੇ ਨਹਾਉਣ ਜਾਣ ਵਾਸਤੇ ਗੁਰੂ ਦਾ ਹੁਕਮ ਹੈ। ਫਿਰ ਜਿਹੜਾ ਕੋਈ ਜਾਂਦਾ ਹੈ ਉਹਨੂੰ ਫਿਰ ਤੀਰਥ ਨਾਮ ਹੈ, ਉੱਥੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜੇ ਕੋਈ ਗੁਰੂ ਕੋਲ ਜਾਏਗਾ ਨਹੀਂ ਉਹਨੂੰ ਨਾਮ ਦੀ ਪ੍ਰਾਪਤੀ ਕੀ ਹੋਵੇਗੀ? ਜੇ ਗੁਰੂ ਨੂੰ ਕੋਈ ਧਾਰਨ ਨਹੀਂ ਕਰੇਗਾ ਉਹਦੀ ਨਾਮ ਦੀ ਪ੍ਰਾਪਤੀ ਕੀ ਹੋਣੀ ਹੈ? ਜਿਵੇਂ ਆਪਾਂ ਪਹਿਲਾਂ ਚਰਨਾਮ੍ਰਿਤ ਦਾ ਲਿਆ ਸੀ ਐਗਜ਼ਾਮਪਲ, ਜਾਂ ਜਿਹੜਾ ਹੈ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਦਾ ਐਗਜ਼ਾਮਪਲ ਲਿਆ, ਉਹੀ ਗੱਲ ਹੈ। ਗੁਰੂ ਕੋਲ ਜਾਵਾਂਗੇ ਤਾਂ ਕੁਝ ਮਿਲੇਗਾ ਨਾ। ਇਸ ਕਰਕੇ ਜੇ ਇਹ ਦੋ ਹੋਣਗੇ ਤਾਂ ਤੀਜੀ ਗੱਲ ਸ਼ੁਰੂ ਹੋਣੀ ਹੈ, ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਸ਼ੁਰੂ ਕਿੱਥੋਂ ਹੋਈ? ਗੁਰੂ ਦੇ ਮੁਖ ਤੋਂ ਹੋਈ, ਗੁਰੂ ਮਹਾਰਾਜ ਦੇ ਆਪਣੇ ਮੁਖਾਰਬਿੰਦ ਤੋਂ ਹੋਈ। ਕਹਿੰਦੇ ਜਿਵੇਂ ਗੰਗਾ ਜਿਹੜੀ ਹੈ ਉਹ ਮੰਨੀ ਹੈ ਸ਼ਿਵ ਜੀ ਤੋਂ ਆਉਂਦੀ ਹੈ, ਇਸੇ ਤਰ੍ਹਾਂ ਹੀ ਇਹ ਬਾਣੀ ਦੀ ਵਿਚਾਰ ਗੁਰੂ ਮਹਾਰਾਜ ਦੇ ਮੁਖ ਤੋਂ ਆਉਂਦੀ ਹੈ। ਤੇ ਜਿਵੇਂ ਇਹ ਨਦੀਆਂ ਜਾ ਕੇ ਸਮੁੰਦਰ ਰੂਪ ਹੁੰਦੀਆਂ ਨੇ, ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਗੁਰਬਾਣੀ ਦੀ ਵਿਚਾਰ ਨਾਲ ਜਿਹੜੇ ਹਨ ਸਿੱਖਾਂ ਨੂੰ ਪਰਮੇਸ਼ਰ ਦੇ ਨਾਲ ਜਿਹੜਾ ਹਨ ਇੱਕਮਿਕ ਕਰ ਦਿੰਦੇ ਹਨ, ਉਹਨਾਂ ਨੂੰ ਪਰਮੇਸ਼ਰ ਦਾ ਸਰੂਪ ਬਣਾ ਦਿੰਦੇ ਹਨ। ਬਹੁੜ ਸੋਈ ਅਕਾਲ ਪੁਰਖ ਬਿਸਨ ਕਰ ਰੂਪ ਕਰਦੇ ਵੇਦਾਂ। ਦੇਖੋ ਉਹੀ ਬਹੁੜ, ਕਹਿੰਦੇ ਬਹੁੜ ਉਹੀ ਸਰੂਪ ਹੈ ਪਰਮੇਸ਼ਰ ਦਾ। ਪਰਮੇਸ਼ਰ ਤਾਂ ਦੂਜਾ ਨਹੀਂ ਹੋਇਆ ਨਾ, ਉਹ ਤਾਂ ਇੱਕੋ ਇੱਕ ਰਿਹਾ ਹੈ। ਕਹਿੰਦੇ ਬਹੁੜ ਸੋਈ ਅਕਾਲ ਪੁਰਖ ਨੇ ਵਿਸ਼ਨ ਰੂਪ ਧਾਰ ਕੇ ਕਹਿੰਦੇ ਕਰਕੇ ਵੇਦਾਂ ਦੇ ਬਾਣੀ ਦੇ ਸਵਾਸਾਂ ਦੀ ਉਤਪਤ ਕੀਤੀ ਹੈ। ਜਿਹੜੀ ਇਹ ਵੇਦ ਨੇ ਉਹਨੇ ਆਪਣੇ ਸਵਾਸਾਂ ਨਾਲ ਬਣਾਈ ਹੈ। ਇਹ ਜਿਹੜੀਆਂ ਵੇਦ ਹਨ ਸਾਰੇ ਉਹਨਾਂ ਨੇ ਆਪਣੇ ਸਵਾਸਾਂ ਥੀ ਆਪਣੇ ਹੀ ਬਚਨਾਂ ਨਾਲ ਉਹ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਉਹਨਾਂ ਨੂੰ ਉਤਪਤ ਕੀਤਾ, ਆਪ ਉਹਨਾਂ ਨੂੰ ਪ੍ਰਗਟ ਕੀਤਾ। ਤੇ ਦੇਖੋ ਕਿਵੇਂ ਪ੍ਰਗਟ ਕੀਤਾ। ਸਵਾਸਾਂ ਥੀ ਉਤਪਤ ਕੀਤੀ ਹੈ। ਹਾਂ, ਉਹਨਾਂ ਨੂੰ ਆਪਣੇ ਸਵਾਸਾਂ ਥੀ ਉਤਪਤ ਕੀਤਾ। ਵੇਦ ਦੀਆਂ ਜਿਹੜੀਆਂ ਸੁਰਤੀਆਂ ਹਨ ਉਹਨਾਂ ਨੂੰ ਪਰਮੇਸ਼ਰ ਤੇ ਸਵਾਸ ਕਿਹਾ ਹੈ। ਕਿਉਂਕਿ ਸਵਾਸ ਕਿਉਂ ਕਿਹਾ? ਕਿਉਂਕਿ ਪਰਮੇਸ਼ਰ ਲਾਈਫ ਫਾਰਮ ਹੈ। ਉਹਨਾਂ ਦੇ ਸਵਾਸ ਹਨ, ਮਤਲਬ ਕਿ ਉਹ ਜਿਹੜੇ ਵੇਦ ਨੇ ਉਹ ਆਪਣੀ ਕ੍ਰੀਏਸ਼ਨ ਵਾਸਤੇ ਬਣਾਏ ਹੋਏ ਹਨ, ਉਹ ਲਾਈਫ ਨੂੰ ਦੇਣ ਵਾਲੇ ਹਨ। ਜਿਨ੍ਹਾਂ ਦੇ ਵਿੱਚ ਵੀ ਇਹ ਵੇਦ ਜਾਂ ਉਸ ਵੇਲੇ ਦੇ ਪਰਮਾਤਮਾ ਦਾ ਹੁਕਮ ਸੀ, ਸਤਯੁਗ ਤ੍ਰੇਤੇ ਦੁਆਪਰ ਕਲਯੁਗ, ਉਹਨਾਂ ਵਿੱਚ ਜੋ ਵੀ ਇਹ ਵੇਦ ਪੜ੍ਹਦਾ ਹੈ ਉਹਨਾਂ ਨੂੰ ਵਿੱਚ ਜੀਵਨ ਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਬਹੁੜੋ ਦਵਾਦਸ ਮਹਾਵਾਕਾਂ ਥੀ ਬ੍ਰਹਮੇ ਚਾਰੋਂ ਵੇਦ ਪ੍ਰਗਟ ਕੀਏ। ਦੇਖੋ ਫਿਰ ਮਹਾਵਾਕ ਹੋਏ, ਕਹਿੰਦੇ ਬਰਮਾ ਨੇ ਜਿਹੜਾ ਹੈ ਦਵਾਦਸ 12 ਮਹਾਵਾਕ ਮੰਨੇ ਹਨ, ਜੋ ਬਰਮੇ ਨੇ ਜਿਹੜਾ ਹਨ ਜਿਹਦੇ ਕਰਕੇ ਬਰਮਾ ਨੇ 4 ਵੇਦ ਲਿਖੇ। ਇਹ ਮਹਾਵਾਕਾਂ ਦਾ ਵਿਚਾਰ ਇਹ ਹੈ ਜੋ ਬਹੁਤ ਆਪਾਂ ਜਿਹੜਾ ਹੈ ਸਿੱਧਾ ਜਿਹੜਾ ਆਪਾਂ ਕਰੀਏ, ਜਿਹੜਾ ਹੈ ਪਹਿਲਾ ਜਿਹੜਾ ਹੈ ਮਹਾਵਾਕ ਹੋਇਆ ਪ੍ਰਾਗਿਆਨੰਦ ਬ੍ਰਹਮ। ਸੋ ਇਹ ਪਹਿਲਾ ਮਹਾਵਾਕ ਹੈ। ਇਹ ਜਿਹੜਾ ਪ੍ਰਾਗ ਹੈ ਇਹਨੂੰ ਕਹਿੰਦੇ ਆ ਆਪਾਂ ਵਿਜ਼ਡਮ ਜਾਂ ਇੰਟੈਲੈਕਟ ਕਹਿ ਲਈਏ। ਆਨੰਦ ਮੀਨਸ ਬਲਿਸ, ਸੋ ਬ੍ਰਹਮ ਮੀਨਸ ਓਮਨੀ ਪ੍ਰੈਜ਼ੈਂਟ। ਸੋ ਉਹ ਮਹਾਵਾਕ ਸੀਗਾ ਪ੍ਰਗਿਆਨੰਦ ਬ੍ਰਹਮ। ਸੋ ਇਹਦੇ ਨਾਲ ਰਿਗਵੇਦ ਬਣਿਆ ਹੈ। ਦੂਜਾ ਮਹਾਵਾਕ ਹੋਇਆ ਅਹਮ ਬ੍ਰਹਮ ਅਸਮੀ। ਸੋ ਅਹਮ ਜਿਹੜਾ ਹੈ ਉਹ ਹੈ ਆਪਣੇ ਆਪ। ਸੋ ਆਈ ਕਹਿ ਲਈਏ। ਸੋ ਉਹਦੇ ਨਾਲ ਬ੍ਰਹਮ ਜੋ ਪਰਮਾਤਮਾ ਹੈ, ਅਸਮੀ ਜਿਹੜਾ ਉਹਦਾ ਪਾਵਰ ਹੈ। ਇਹਦੇ ਨਾਲ ਯੁਜੁਰਵੇਦ ਬਣਿਆ। ਯੁਜੁਰਵੇਦ ਦੀ ਉਤਪਤੀ ਇੱਥੋਂ ਹੋਈ ਹੈ, ਇਹ ਮਹਾਵਾਕ ਤੋਂ। ਤੀਜਾ ਮਹਾਵਾਕ ਜਿਹੜਾ ਸੀਗਾ ਤਤ ਤਵਮ ਅਸੀ। ਸੋ ਇਹ ਜਿਹੜਾ ਹੈ ਤਤ ਮੀਨਸ ਐਸੈਂਸ। ਸੋ ਤਵਮ ਮੀਨਸ ਜੀਵ, ਜਿਹੜੇ ਜੀਵ ਨੇ ਬੀਇੰਗ ਹਨ, ਤੇ ਅਸਮੀ ਮੀਨਸ ਅਲਟੀਮੇਟ, ਜਿਹੜਾ ਸਾਰਿਆਂ ਵਿੱਚ ਜਿਹੜਾ ਹੈ ਆਪਣੇ ਆਪ ਦਾ ਸਰੂਪ ਹੈ। ਉਹ ਇਹ ਜਿਹੜਾ ਹੈ ਇਹ ਤਤ ਤਵਮ ਅਸੀ ਦੇ ਨਾਲ, ਇਹ ਮਹਾਵਾਕ ਦੇ ਨਾਲ ਸਿਆਮ ਵੇਦ ਉਤਪਤ ਹੋਇਆ। ਤੇ ਚੌਥਾ ਵੇਦ ਜਿਹੜਾ ਹੈ ਉਹ ਹੋਇਆ ਅਯੰ ਆਤਮਾ ਬ੍ਰਹਮਾ। ਸੋ ਇਹ ਜਿਹੜਾ ਹੈ ਅਹੰਗ ਹੋਇਆ ਸੈਲਫ, ਆਪਣਾ ਆਪ, ਆਤਮਾ ਰੀਅਲ ਸੈਲਫ ਜਿਹੜੇ ਆਪਣਾ ਅਸਲੀ ਰੂਪ ਹੈ, ਤੇ ਬ੍ਰਹਮਾ ਪਰਮਾਤਮਾ ਹੈ। ਇਹਦੇ ਨਾਲ ਅਥਰਵਨ ਵੇਦ ਜਿਹੜਾ ਹੋਇਆ। ਸੋ ਇਹ ਮਹਾਵਾਕਾਂ ਦੇ ਨਾਲ 4 ਵੇਦਾਂ ਦੀ ਉਤਪਤੀ ਕੀਤੀ। ਸੋ ਇਹ 4 ਵੇਦਾਂ ਦੀ ਉਤਪਤੀ ਜਿਹੜੀ ਹੋਈ। ਸੋਈ ਅਕਾਲ ਪੁਰਖ ਭਗਤ ਰੂਪ ਕਰਕੇ ਗੁਰੂ ਨਾਨਕ ਜੀ ਦਾ ਸਰੂਪ ਕਰਕੇ। ਦੇਖੋ ਜਿਹੜੇ ਅਕਾਲ ਪੁਰਖ ਨੇ ਆਪਣੇ ਮਹਾਵਾਕ ਕਰਕੇ 4 ਵੇਦ ਬਣਾਏ, 4 ਵੇਦ ਜਿਹੜੇ ਕੀਤੇ, ਤੇ ਜਿਹੜੇ ਹਨ ਉਹੀ ਜਿਹੜਾ ਹੈ ਕਹਿੰਦੇ ਤੇ ਵਿਆਸ ਜੀ 3 ਦੀਆਂ ਨਹੀਂ ਪੜਿਆ
ਤੇ ਤੇ ਵਿਆਸ ਵਿਆਸ ਜੀ 3 ਦੀਆਂ ਸੰਗਤਾਂ ਕੀਤੀਆਂ ਹਨ। ਤੇ ਫਿਰ ਵਿਆਸ ਜੀ ਨੇ ਤਿੰਨ ਇਹ ਬਚਨਾਂ ਦੇ ਨਾਲ ਉਹਨੇ 6 ਸ਼ਾਸਤਰ ਜਿਹੜੇ ਹਨ ਸਮੇਂ ਸਰ ਉਹਨੇ ਲਿਖੇ, ਕਿਉਂਕਿ ਰਿਗ ਜਿਹੜੇ ਹਨ ਵੇਦ ਸਨ ਉਹ ਬਹੁਤ ਡੂੰਘੇ ਸਨ, ਤੇ ਉਹਨਾਂ ਨੂੰ ਟੌਪਿਕ ਵਾਈਜ਼ ਉਹਨਾਂ ਨੂੰ ਇੱਕ ਟੌਪਿਕ ਵਿੱਚ ਲੈ ਕੇ ਉਹਨਾਂ ਨੂੰ ਅੱਡ ਟੌਪਿਕ ਵਿੱਚ ਪਾ ਕੇ ਉਹ ਵੇਦ ਸਮਝਾਉਣ ਵਾਸਤੇ ਵਿਆਸ ਜੀ ਨੇ ਫਿਰ 6 ਸ਼ਾਸਤਰ ਬਣੇ। 6 ਸ਼ਾਸਤਰ ਅੱਗੇ ਬਣੇ ਤੇ ਇਹ 6 ਸ਼ਾਸਤਰਾਂ ਦੀ ਲਿਖਾਰੀ ਵੀ ਅੱਡ ਹੋਈ। ਸੋ ਇਸ ਕਰਕੇ ਜਿਹੜਾ ਇਹ ਵਿਚਾਰ ਬਹੁਤ ਵੱਡੀ ਹੈ, ਜਿਹੜੀ ਕਿ ਭਾਈ ਗੁਰਦਾਸ ਜੀ ਨੇ ਇਹ ਸਾਰੀ ਜਿਹੜੀ ਹੈ ਆਪਣੀ ਵਾਰਾਂ ਦੇ ਵਿੱਚ ਪਹਿਲੀ ਵਾਰ ਦੇ ਵਿੱਚ ਵਿਸਤਾਰ ਨਾਲ ਦੱਸਿਆ ਹੈ। ਸੋ ਇਸ ਕਰਕੇ ਇਹ ਜਿਹੜੇ ਹਨ ਸਾਰੇ, ਜਿਵੇਂ ਉਹਨਾਂ ਨੇ ਜਿਹੜਾ ਹੈ ਆਪਣੀ ਪਹਿਲੀ ਵਾਰ ਦੇ ਵਿੱਚ ਜਿਹੜੀ ਪੌੜੀ ਆਉਂਦੀ ਹੈ, ਜਿੱਥੇ ਕਿ ਪੌੜੀ 8 ਦੇ ਵਿੱਚ ਉਹਨਾਂ ਲਿਖਿਆ 4 ਵੇਦਾਂ ਕੇ ਧਰਮ ਮਥ ਖਟ ਸ਼ਾਸਤਰ ਮਥ ਰਿਖ ਸੁਣਾਵੈ ਬਰਮਾ ਦਿਕ ਸਨਕਾਦਕ ਜਿਉ ਤਹ ਕਹਾਂ ਤਿਵੈ ਜਗ ਗਾਵੈ। ਫੇਰ ਕਹਿੰਦੇ ਗਾਵਨ ਪੜਨ ਵਿਚਾਰ ਬਹੁ ਕੋਟ ਮਦੇ ਬਿਰਲਾ ਗਤ ਪਾਵੈ। ਕਹਿੰਦੇ ਕਰੋੜਾਂ ਵਿੱਚੋਂ ਕੋਈ ਗਤ ਪਾਉਂਦਾ ਸੀ। ਇਹ ਵੇਦ ਪੜ੍ਹ ਕੇ ਇੰਨੇ ਔਖੇ ਸਨ ਕਿ ਤੇ ਆਮ ਕਰ ਕਿਸੇ ਦੇ ਸਮਝ ਨਹੀਂ ਪੈਂਦੇ ਸਨ। ਇਹ ਅਚਰਜ ਮਨ ਆਵਈ ਪੜਤ ਗੁਣਤ ਕਛ ਭੇਦ ਨਾ ਪਾਵੈ। ਉਹਨਾਂ ਦੇ ਮਨ ਵਿੱਚ ਅਚਰਜਾ ਆਉਂਦੀ ਸੀ ਵੀ ਅਸੀਂ ਪੜ੍ਹੀ ਜਾਂਦੇ ਆ ਪਰ ਸਮਝਣ ਵਿੱਚ ਸਾਡੀ ਸਮਰੱਥਾ ਨਹੀਂ ਹੈਗੀ। ਤਾਂ ਕਹਿੰਦੇ ਜੁਗ ਜੁਗ ਏਕੋ ਵਰਨ ਹੈ। ਦੇਖੋ ਜੁਗਾਂ ਦਾ ਆਪਣਾ ਵਰਨ ਹੈ। ਕਲਯੁਗ ਕਿਉਂ ਬਹੁਤੇ ਦਿਖਲਾਵੈ, ਤੇ ਪਰ ਜਿਹੜੇ ਹਨ ਕਲਯੁਗ ਵਿੱਚ ਬਹੁਤੇ ਕਰਕੇ ਕਿਉਂ ਦਿਖਲਾਉਂਦੇ। ਕਹਿੰਦੇ ਵੀ ਇੱਕ ਕਰਕੇ ਯੁਗਾਂ ਦੇ ਵਿੱਚ ਇੱਕ ਵਰਨ ਦਾ ਰਾਜ ਹੋਇਆ ਕਰਦਾ ਸੀ। ਜਿਵੇਂ ਸਤਯੁਗ ਜਿਹੜਾ ਬ੍ਰਾਹਮਣਾਂ ਦਾ ਜਿਹੜਾ ਹੈ, ਤ੍ਰੇਤੇ ਵਿੱਚ ਖੱਤਰੀਆਂ ਦਾ, ਫਿਰ ਆ ਗਿਆ ਜੀ ਦੁਆਪਰ ਵੈਸ਼ਾਂ ਦਾ, ਹੁਣ ਆ ਗਿਆ ਜੀ ਸ਼ੂਦਰਾਂ ਦਾ। ਸੋ ਕਹਿੰਦੇ ਇਸ ਕਰਕੇ ਇਸ ਯੁੱਗ ਵਿੱਚ ਬਹੁਤੇ ਦਿਖਾਈ ਦੇਣ ਲੱਗੇ। ਕਹਿਣਗੇ ਜੰਦਰੇ ਵੱਜੇ ਤ੍ਰੇਹੋ ਜੁਗੀ, ਕਹਿਣਗੇ ਜਿੰਦਰੇ ਵੱਜੇ ਪਏ ਸਨ, ਜਿੰਦਰੇ ਬੰਦ ਸਨ 3 ਯੁਗਾਂ ਦੇ। ਪਹਿਲੇ 3 ਯੁੱਗ ਜਿਹੜੇ ਹਨ, ਕਹਿੰਦੇ ਉਸ ਵੇਲੇ ਕੱਥ ਪੜ ਰਹੇ ਪਰਮ ਨਹਿ ਜਾਵੇ, ਚਾਬੀ ਨਹੀਂ ਸੀ ਉਹਨਾਂ ਕੋਲ, ਪੜ੍ਹੀ ਜਾਂਦੇ ਸਨ ਪਰ ਭਰਮਾਂ ਵਿੱਚ ਪਈ ਜਾਂਦੇ ਸਨ। ਜਿਹੜੇ ਬ੍ਰਾਹਮਣ ਲੋਕ ਉਸ ਵੇਲੇ ਪੜ੍ਹਾਉਂਦੇ ਸਨ ਉਹ ਆਪਣੇ ਜਿਹੜੇ ਹਨ ਅਰਥਾਂ ਨੂੰ ਅਨਰਥ ਕਰਕੇ ਆਪਣੇ ਫਾਇਦੇ ਵਾਸਤੇ ਲੈਂਦੇ ਸਨ ਵੇਦਾਂ ਨੂੰ। ਇਸ ਕਰਕੇ ਪਰ ਲੋਕਾਂ ਵਿੱਚ ਸਮਰੱਥਾ ਨਹੀਂ ਸੀ ਪੜ੍ਹਨ ਦੀ, ਨਾ ਕਿਸੇ ਵਿੱਚ ਸਮਝਣ ਦੀ ਸੀ। ਇਸ ਕਰਕੇ ਜਿਉਂ ਕਰ ਕਥਿਆ 4 ਵੇਦ, ਜਿਸ ਤਰ੍ਹਾਂ 4 ਵੇਦਾਂ ਨੇ ਕਥਨ ਕੀਤਾ ਹੈ, ਖਟ ਸ਼ਾਸਤਰ ਸੰਗ ਸਾਖ ਸੁਣਾਵੈ। ਉਹ ਫਿਰ ਖਟ 6 ਸ਼ਾਸਤਰਾਂ ਵਿੱਚ ਉਹਨਾਂ ਨੂੰ ਅੱਡ ਟੌਪਿਕ ਕਰਕੇ ਸਿੰਪਲੀਫਾਈਡ ਕਰਕੇ ਉਹ ਵੇਦਾਂ ਦਾ ਉਪਦੇਸ਼ ਨੂੰ ਸੰਸਾਰ ਤੱਕ ਪਹੁੰਚਾਉਣਾ ਕੀਤਾ। ਸੋ ਕਹਿੰਦੇ ਆਪੋ ਆਪਣੇ ਮਤ ਸਭ ਗਾਵੈ। ਇਸ ਕਰਕੇ ਆਪੋ ਆਪਣੇ ਮਤ ਨੂੰ ਸਾਰੇ ਹੀ ਗਾਉਂਦੇ ਹਨ। ਇਹ 6 ਸ਼ਾਸਤਰਾਂ ਵਿੱਚੋਂ 6 ਦਰਸ਼ਨ ਹੋ ਗਏ, 6 ਦਰਸ਼ਨ ਬਣੇ, 6 ਸਕੂਲਸ ਆਫ ਥਾਟਸ ਬਣੇ। ਸੋ ਅੱਗੇ ਇਹ ਕੰਮ ਅੱਗੇ ਤੁਰਿਆ। ਸੋ ਇਉਂ ਕਰਕੇ ਸੋਈ ਅਕਾਲ ਪੁਰਖ ਭਗਤ ਰੂਪ ਕਰਕੇ ਗੁਰੂ ਨਾਨਕ ਜੀ ਦਾ ਸਰੂਪ ਕਰਕੇ। ਦੇਖੋ ਹੁਣ ਸਮਝਾਉਂਦੇ ਹਨ ਗੁਰੂ ਅਰਜਨ ਦੇਵ ਜੀ, ਜੋ ਅਕਾਲ ਪੁਰਖ ਨੇ ਆਪਣੇ ਮਹਾਵਾਕ ਕਰਕੇ 4 ਵੇਦ ਉਤਪਨ ਕੀਤੇ, ਫਿਰ ਉਹਨਾਂ ਨੇ ਵਿਆਸ ਵਰਗੇ ਜਿਹੜੇ ਰਿਸ਼ੀ ਹਨ ਉਹਨਾਂ ਨੂੰ ਉਤਪਤ ਕੀਤਾ। ਹੁਣ ਜੇ ਉਹਨਾਂ ਨੂੰ ਉਤਪਤ ਕਰਕੇ ਉਹਨਾਂ ਤੋਂ ਫਿਰ ਜਿਹੜਾ ਗੌਤਮ ਰਿਸ਼ੀ ਹੋਇਆ, ਹੋਰ ਹੋਏ, ਇਹ ਸਾਰਿਆਂ ਤੋਂ ਕਹਿੰਦੇ ਉਹਨਾਂ ਨੇ ਆਪਣੇ ਫਿਰ ਅਰਥ ਵੀ ਕਢਾ ਦਿੱਤੇ, ਉਹਨਾਂ ਨੂੰ ਸਿੰਪਲੀਫਾਈਡ ਵੀ ਕਰਾ ਦਿੱਤਾ। ਉਹੀ ਅਕਾਲ ਪੁਰਖ ਜੀਵਾਂ ਦੇ ਉਧਾਰ ਵਾਸਤੇ ਆਪ ਗੁਰੂ ਨਾਨਕ ਹੋ ਕੇ ਪ੍ਰਗਟ ਹੋ ਗਿਆ ਫਿਰ ਕਲਯੁਗ ਦੇ ਵਿੱਚ। ਦੇਖੋ ਹੁਣ ਵੇਦਾਂ ਦਾ ਜਿਹੜਾ ਸਾਰ ਹੈ ਉਹ ਗੁਰੂ ਨਾਨਕ ਨਾਲੋਂ ਵੱਧ ਕੌਣ ਜਾਣਦਾ ਹੈ, ਕਿਉਂਕਿ ਗੁਰੂ ਨਾਨਕ ਹੀ ਉਹੀ ਪਰਮੇਸ਼ਰ ਹੈ ਜਿਹਦੇ ਮਹਾਵਾਕਾਂ ਦੇ ਨਾਲ ਵੇਦ ਬਣੇ ਹਨ। ਸੋ ਇਸ ਕਰਕੇ ਕਹਿੰਦੇ ਵੀ ਉਹੀ ਪਰਮਾਤਮਾ ਆਪ ਗੁਰੂ ਨਾਨਕ ਹੋ ਕੇ ਇਸ ਸੰਸਾਰ ਤੇ ਆ ਕੇ ਸੰਸਾਰੀ ਜੀਵਾਂ ਦੇ ਉਧਾਰ ਵਾਸਤੇ ਉਹਨੇ ਭਾਖਾ ਵਿੱਚ ਬਾਣੀ ਕਹਿ ਦਿੱਤੀ, ਉਹ ਬੋਲੀ ਵਿੱਚ ਕਹਿ ਦਿੱਤੀ ਜਿਹਦੇ ਵਿੱਚ ਸਮਝ ਪੈ ਸਕੇ। ਭਾਖਾ ਬਾਣੀ ਕਲਯੁਗ ਦੇ ਜੀਆਂ ਦੇ ਉਧਾਰ ਵਾਸਤੇ ਸੁਗਮ ਕੀਤੀ ਹੈ। ਦੇਖੋ ਇਹ ਜਿਹੜੀ ਹੈ ਉਹ ਬਾਣੀ ਨੂੰ ਸੁਗਮ ਕੀਤਾ ਹੈ। 4 ਵੇਦਾਂ ਦਾ ਤੱਤ ਸਾਰ, ਦੁਨੀਆ ਦੇ ਐਂਟਾਇਰ ਗਿਆਨ ਦਾ ਜਿਹੜਾ ਹੈ ਉਹ ਜਿਹੜਾ ਜਿਸਟ ਹੈ, ਉਹ ਐਂਟਾਇਰ ਦੁਨੀਆ ਦਾ ਗਿਆਨ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਆਪਣੀ ਬਾਣੀ ਜਿਹੜੀ ਹੈ ਬਾਣੀ ਕਰਕੇ ਸਾਰੇ ਸੰਸਾਰ ਨੂੰ ਸੌਖਾ ਤਰੀਕਾ ਦਿੱਤਾ ਮੁਕਤੀ ਦਾ, ਜੋ ਕਲਯੁਗ ਦੇ ਜੀਆਂ ਨੂੰ ਸਮਝ ਸਖਾਲੀ ਹੋਵੇ। ਹਾਂ, ਜਿਹਦੇ ਕਰਕੇ ਕਲਯੁਗੀ ਜੀਵ ਜਿਹੜੇ ਹਨ ਸੌਖਾ ਹੀ ਬਾਣੀ ਨੂੰ ਸਮਝ ਸਕਣ। ਦੇਖੋ ਮਹਾਰਾਜ ਨੇ ਸੌਖਾ ਕੀਤਾ ਨਾ, ਅੱਜ ਆਪਾਂ ਨੂੰ ਉਹੀ ਬਾਣੀ ਫਿਰ ਵੀ ਔਖੀ ਲੱਗਦੀ ਹੈ ਕਿਉਂਕਿ ਮਿਹਨਤ ਹੈ ਨਹੀਂ।
ਆਪਾਂ ਮਿਹਨਤ ਵੀ ਨਹੀਂ ਕਰਦੇ, ਮੀਂਹ ਪੈ ਰਿਹਾ ਹੈ, ਆਪਣਾ ਮੂੰਹ ਖੋਲ ਕੇ ਉੱਤੇ ਨੂੰ ਨਹੀਂ ਕਰਨ ਜੋਗੇ ਹੈਗੇ ਵੀ ਮੀਂਹ ਦੀ ਇੱਕ ਕਣੀ ਸਾਡੇ ਮੂੰਹ 'ਚ ਵੀ ਪੈ ਜਾਵੇ। ਸੋ ਇਸ ਕਰਕੇ ਤੇ ਗੁਰੂ ਕੇ ਸਿੱਖ ਸਦਾ ਸੰਜਮ ਨਾਲ ਜੋ ਆਹਾਰ ਕਰਦੇ ਹਨ, ਜੋ ਸਿੱਖ ਜਿਹੜੇ ਹਨ ਹਮੇਸ਼ਾ ਸੰਜਮ ਵਿੱਚ ਰਹਿੰਦੇ ਹਨ, ਸੰਜਮ ਕਰਕੇ ਆਹਾਰ ਭੋਜਨ ਛਕਦੇ ਹਨ। ਸੰਜਮ ਹੁੰਦਾ ਹੈ ਵੀ ਜਿੰਨਾ ਕੁ ਹੈ ਨਾ ਉਨਾ ਕੁ ਛਕਣਾ ਹੈ, ਬਹੁਤੀ ਲਾਲਸਾ ਨਹੀਂ ਕਰਨੀ, ਬਹੁਤਾ ਲੋਭ ਨਹੀਂ ਕਰਨਾ, ਜਿੰਨਾ ਕੁ ਹੈਗਾ ਉਨੇ ਕੁ 'ਚ ਛਕ ਕੇ ਆਪਣੇ ਜਿਹੜੀ ਹਨ ਤ੍ਰਿਪਤੀ ਰੱਖਣੀ ਹੈ, ਸੰਤੁਸ਼ਟ ਹੋਣਾ ਹੈ, ਸੈਟੀਸਫਾਈਡ ਹੋਣਾ ਹੈ, ਕੰਟੈਂਟਡ ਹੋਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸਿੱਖ ਨੇ ਨਾ ਇਹ ਜਿੰਨਾ ਕੁ ਪਰਮਾਤਮਾ ਨੂੰ ਦੰਦਾ ਪਰਮਾਤਮਾ ਉਹ ਲੈ ਕੇ ਭਾਣੇ ਵਿੱਚ ਰਹਿੰਦੇ ਹਨ। ਇਸ ਕਰਕੇ ਉਹਨਾਂ ਦਾ ਜੀਵਨ ਚੰਗਾ ਹੈ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਪਰਮਾਤਮਾ ਸਾਖਸ਼ਾਤ ਹੈ। ਉਹ ਪਰਮਾਤਮਾ ਨੂੰ ਹਰ ਰੋਜ਼ ਦਰਸ਼ਨ ਕਰਦੇ ਹਨ, ਹਰ ਵੇਲੇ ਕਰਦੇ ਹਨ, ਹਰ ਦਮ ਉਹ ਕਰਦੇ ਹਨ। ਸਦਾ ਉਹਨਾਂ ਦੇ ਪਾਸ ਬ੍ਰਹਤ ਰਹਿੰਦਾ ਹੈ। ਕਹਿੰਦੇ ਸਦਾ ਹੀ ਉਹਨਾਂ ਦੇ ਕੋਲ ਤਾਂ ਵਰਤ ਰਹਿੰਦਾ। ਤੁਸੀਂ ਕਹਿੰਦੇ ਇਕਾਦਸ਼ੀ ਦਾ ਵਰਤ ਆ ਜੀ, ਅਸ਼ਟਮੀ ਦਾ ਵਰਤ ਹੈ, ਉਹ ਜਿਹੜੇ ਫਾਸਟਿੰਗ ਨੇ, ਜਿਹੜੀ ਫਾਸਟਿੰਗ ਦੀ ਗੱਲ ਕੀਤੀ ਸੀ ਵੀ ਸਿੱਖ ਫਾਸਟਿੰਗ ਨਹੀਂ ਕਰਦੇ। ਮਹਾਰਾਜ ਕਹਿੰਦੇ ਲੋਕ ਤਾਂ ਇੱਕ ਦਿਨ ਫਾਸਟਿੰਗ ਕਰਦੇ ਤੇ ਬਾਕੀ ਦੇ ਦਿਨ ਰੱਜ ਕੇ ਖਾਂਦੇ ਹਨ। ਕਹਿੰਦੇ ਜਿਹੜੇ ਹਨ ਕਈ ਲੋਕ ਜਿਹੜੇ ਰੋਜ਼ੇ ਰੱਖਦੇ ਹਨ ਮਹੀਨਾ ਤੇ ਜਿਹੜਾ ਹਨ ਸ਼ਾਮਾਂ ਵੇਲੇ ਫਿਰ ਰੱਜ ਕੇ ਖਾਂਦੇ ਹਨ। ਮਹਾਰਾਜ ਕਹਿੰਦੇ ਮੇਰਾ ਸਿੱਖ ਤਾਂ ਹਰ ਰੋਜ਼ ਹੀ ਸੰਜਮੀ ਹੋਣ ਕਰਕੇ ਉਹ ਤਾਂ ਹਮੇਸ਼ਾ ਹੀ ਵਰਤ ਰੱਖਦਾ, ਉਹ ਤਾਂ ਉਨਾ ਹੀ ਖਾਂਦਾ ਜਿੰਨੀ ਲੋੜ ਹੈ, ਨਾ ਉਹਨੇ ਆਪਣੀ ਲੋੜ ਤੋਂ ਵੱਧ ਖਾਣਾ। ਹਾਂਜੀ, ਫਿਰ ਜੇ ਕਿਸੇ ਦੀ ਲੋੜਵੰਦ ਕੋਈ ਆ ਜਾਵੇ ਆਪਣਾ ਭੋਜਨ ਛੱਡ ਕੇ ਉਹਨੂੰ ਦਿੰਦਾ ਹੈ। ਕਹਿੰਦੇ ਮੇਰੇ ਸਿੱਖ ਵਰਗਾ ਵਰਤ ਕਿਹਦੇ ਕੋਲ ਆ ਜਿਹੜਾ ਹਮੇਸ਼ਾ ਇੱਕ ਜੈਸਾ ਰਹਿੰਦੇ। ਜਿਵੇਂ ਅੱਜ ਕੱਲ੍ਹ ਵੀ ਲੋਕਾਂ ਨੂੰ ਭਰਮ ਹੈ, ਕਈ ਲੋਕ ਪ੍ਰੈਕਟਿਸ ਕਰਦੇ ਹਨ ਵੀ ਮੈਂ ਇੰਨੇ ਦਿਨ ਵੈਜੀਟੇਰੀਅਨ ਰਹਿਣਾ ਹੈ, ਜਾਂ ਮੈਂ ਟਿਊਜ਼ਡੇ ਵੈਜੀਟੇਰੀਅਨ ਹਾਂ, ਮੈਂ ਥਰਸਡੇ ਵੈਜੀਟੇਰੀਅਨ ਹਾਂ, ਬਾਕੀ ਦਿਨਾਂ ਰੱਜ ਕੇ ਮੈਂ ਮਾंस ਖਾਊਂਗਾ। ਕਈਆਂ ਨੂੰ ਇਹੋ ਜਿਹੇ ਵਰਤ ਰੱਖਦੇ ਨੇ, ਪਰ ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਬੰਦੇ ਦੀ ਕੰਸਿਸਟੈਂਸੀ ਚਾਹੀਦੀ ਹੈ, ਜੋ ਪੰਚ ਧਾਰੇ ਉਹ ਹਮੇਸ਼ਾ ਹੀ ਰੱਖੇ ਨਾ। ਜੇ ਵੈਜੀਟੇਰੀਅਨ ਦਾ ਵੈਜੀਟੇਰੀਅਨ ਰਵੇ, ਫਿਰ ਉੱਥੇ ਜਿਹੜਾ ਅੰਡਿਆਂ ਦਾ ਜਿਹੜਾ ਹੈ ਬਹੁਤਾ ਜਿਹੜਾ ਹੈ ਇਹਦਾ ਜਿਹੜਾ ਬਹੁਤਾ ਆਰਗੂਮੈਂਟ ਕਰਨ ਦੀ ਕੀ ਲੋੜ ਹੈ ਵੀ ਅੰਡਾ ਮਾਸ ਹੈ, ਹਾਂਜੀ ਨਹੀਂ ਮਾਸ ਹੈ ਜੀ ਖਾ ਸਕਦੇ ਹਾਂ। ਜੇ ਛੜਤਾ ਮਾਸ, ਅੰਡਾ ਕੀ ਚੀਜ਼ ਹੈ? ਜੇ ਮਾਸ ਛੜਤਾ ਫਿਰ ਮੱਛੀ ਤੇ ਢਿੰਗੇ ਕੀ ਚੀਜ਼ ਨੇ? ਇਹਨਾਂ ਨੂੰ ਛੱਡਣਾ ਕੀ ਔਖਾ ਹੈ? ਪਰ ਬੰਦਿਆਂ ਦੇ ਮਨ ਵਿੱਚ ਇਹ ਜਿਹੜਾ ਆਰਗੂਮੈਂਟ ਲੱਗਿਆ ਹੀ ਰਹਿੰਦਾ ਹੈ ਵੀ ਇੱਕ ਚੀਜ਼ ਛੱਡਤੀ, ਇੱਕ ਚੀਜ਼ ਖਾ ਲਈ। ਹਾਂਜੀ, ਸੋ ਇਹ ਵਰਤ ਜਿਹੜੇ ਨੇ ਮਹਾਰਾਜ ਕਹਿੰਦੇ ਮੇਰਾ ਸਿੱਖ ਤਾਂ ਹਮੇਸ਼ਾ ਇੱਕ ਜੈਸਾ ਹੈ, ਜਿਹੜਾ 365 ਡੇਜ਼ ਵਾਸਤੇ ਇੱਕੋ ਹੀ ਮਰਿਆਦਾ ਰੱਖਦਾ ਹੈ। ਤੇ ਇੱਕ ਦਿਨ ਜਗਤ ਨੂੰ ਇਕਾਦਸ਼ੀ ਆਉਂਦੀ ਹੈ। ਦੇਖੋ ਇੱਕ ਦਿਨ ਜਗਤ ਨੂੰ ਇਕਾਦਸ਼ੀ ਆਉਂਦੀ ਆ, ਪਰ ਮੇਰਾ ਸਿੱਖ ਤਾਂ ਹਮੇਸ਼ਾ ਇਕਾਦਸ਼ੀ ਦੇ ਵਿੱਚ ਹੈ, ਉਹ ਸੰਜਮ ਨਾਲ ਛਕਦਾ ਹੈ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤਿਗਿਆ ਆਈ। ਦੇਖੋ ਹੁਣ ਇੱਥੇ ਇਹ ਸ਼ਬਦ ਹੈ ਜੋ ਕਿ ਇਹ ਸ਼ਬਦ ਜਿਹੜਾ ਹੈ ਟੋਡੀ ਨਾਮਦੇਵ ਜੀ ਮਹਾਰਾਜ ਦੇ ਜਿਹੜਾ ਹਨ ਅੰਗ 1718 ਵਿੱਚ ਹੈ, 718 ਵਿੱਚ 718 ਅੰਗ ਤੇ ਹੈ। ਤੇ ਇਹਦੇ ਵਿੱਚ ਕਹਿੰਦੇ ਹਨ ਰਾਮ ਸੰਗ ਨਾਮਦੇਵ ਜਨ ਕੋ ਪ੍ਰਤਿਗਿਆ ਆਈ। ਦੇਖੋ ਰਾਮ ਸੰਗ ਪਰਮੇਸ਼ਰ ਜੋ ਰਮਿਆ ਹੋਇਆ ਹੈ ਉਹਨਾਂ ਨਾਲ ਭਗਤ ਨਾਮਦੇਵ ਜੀ ਕਹਿੰਦੇ ਹਨ ਮੇਰਾ ਸੰਗ ਹੋ ਗਿਆ, ਮੇਰੀ ਸੰਗਤ ਹੋ ਗਈ। ਕਹਿਣਗੇ ਜਨ ਕੋ, ਇਹ ਮੇਰੇ ਵਰਗਾ ਜਨ ਸੇਵਕ ਨੂੰ ਪ੍ਰਤਿਗਿਆ ਆਈ, ਮੈਂ ਪ੍ਰਤਿਗਿਆ ਕਰ ਲਈ, ਮੈਂ ਪ੍ਰੋਮਿਸ ਕਰ ਲਈ ਇੱਕ ਗੱਲ ਦੀ। ਕਿਹੜੀ ਕੀਤੀ? ਇਕਾਦਸ਼ੀ ਵਰਤ ਹੈ ਕਾਹੇ ਕੋ ਤੀਰਥ ਜਾਈ। ਕਹਿਣਗੇ ਇਕਾਦਸ਼ੀ ਦਾ ਵਰਤ ਰੱਖਣ ਦਾ ਕੀ ਲੋੜ ਹੈ? ਮੈਨੂੰ ਜਾ ਕੇ ਤੀਰਥਾਂ ਤੇ ਪਰਮੇਸ਼ਰ ਦੀ ਆਸ ਰੱਖਣ ਦੀ ਕੀ ਲੋੜ ਹੈ? ਕਿਉਂਕਿ ਪਰਮੇਸ਼ਰ ਤਾਂ ਮੈਨੂੰ ਹੁਣ ਪਤਾ ਲੱਗਿਆ ਵੀ ਸਾਰੀ ਪਾਸੇ ਹੈ। ਸੋ ਉਹ ਜਿਹੜਾ ਹੈ ਮੈਂ ਉਹਦੇ ਰੰਗ ਦੇ ਵਿੱਚ, ਉਹਦੇ ਭਾਣੇ ਵਿੱਚ ਰਹਿਣਾ ਹੀ ਇੱਕ ਵਰਤ ਹੈ। ਜਿਨ੍ਹਾਂ ਨੂੰ ਮਹਾਰਾਜ ਦੇ ਨਾਮ ਦੀ ਪ੍ਰਤੀਤ ਹੈ, ਜਿਨ੍ਹਾਂ ਨੂੰ ਭਰੋਸਾ ਹੈ ਪਰਮੇਸ਼ਰ ਦੇ ਨਾਮ ਦੀ, ਇਹਨਾਂ ਨੂੰ ਸਭ ਤੀਰਥਾਂ ਤੇ ਵਰਤਾਂ ਦਾ ਫਲ ਪ੍ਰਾਪਤ ਹੁੰਦਾ ਹੈ। ਉਹਨਾਂ ਨੂੰ ਸਾਰੇ ਤੀਰਥਾਂ ਦੇ ਜਿੰਨੇ ਵੀ ਵਰਤ ਨੇ, ਉਹਨਾਂ ਦੇ ਜਿਹੜੇ ਸਪੈਸੀਫਿਕ ਵਰਤ ਨੇ, ਫਾਸਟ ਨੇ ਜਿਹੜੇ ਹਨ ਉਹ ਰੱਖਦੇ ਨੇ ਹਰ ਇੱਕ ਤੀਰਥ ਜਾ ਕੇ। ਉਹ ਜਿੰਨੇ ਵੀ ਸਪੈਸੀਫਿਕ ਜਿਹੜੇ ਹਨ ਜਾਂ ਜਿਹੜੇ ਹਨ ਉਹ ਵਰਤਾਂ ਦਾ ਜਿਹੜਾ ਉਹ ਦੱਸਦੇ ਨੇ ਵੀ ਇਹ ਵਰਤ ਰੱਖਣਾ ਜੀ ਆਹ ਤੀਰਥ ਤੇ ਨਹਾ ਕੇ। ਸੋ ਇਉਂ ਜਿੰਨੇ ਵੀ ਵਰਤ ਹਨ ਸਾਰੇ ਤੇ ਸਭ ਤੀਰਥਾਂ ਤੇ ਵਰਤਾਂ ਦਾ ਫਲ ਪ੍ਰਾਪਤ ਹੁੰਦਾ ਹਾਂ, ਹੈ। ਉਹ ਸਾਰੇ ਤੀਰਥਾਂ ਤੇ ਵਰਤਾਂ ਦਾ ਉਹਨਾਂ ਨੂੰ ਜਿਹੜਾ ਫਲ ਪ੍ਰਾਪਤ ਹੁੰਦਾ ਜਦੋਂ ਸ੍ਰੀ ਅੰਮ੍ਰਿਤਸਰ ਆ ਕੇ ਉਹ ਜਲ ਵਿੱਚ ਆ ਕੇ, ਅੰਮ੍ਰਿਤ ਜਲ ਵਿੱਚ ਆ ਕੇ ਇਸ਼ਨਾਨ ਕਰਨ, ਜਲ ਛਕਣ ਤੇ ਨਾਮ ਦਾ ਜਿਹੜਾ ਹੈ ਉਹ ਤੀਰਥ, ਉਹ ਜਿਹੜਾ ਹੈ ਨਾਮ ਜਪਣ ਦਾ ਉਹਨਾਂ ਦੇ ਵਿੱਚ ਉਹ ਵੀ ਤੀਰਥ ਹੋਵੇ। ਕਹਿਣਗੇ ਨਾਮ ਵੀ ਜਪਣ ਤੇ ਇਸ਼ਨਾਨ ਵੀ ਕਰਨ ਤਾਂ ਸਾਰੇ ਤੀਰਥਾਂ ਦਾ ਫਲ ਤੇ ਵਰਤ ਦਾ ਫਲ ਪ੍ਰਾਪਤ ਹੁੰਦਾ ਹੈ। ਤੇ ਬ੍ਰਾਹਮਣਾਂ ਦਾ ਅਭਿਮਾਨ ਦੇਹ ਤੇ ਹੈ। ਦੇਖੋ ਬ੍ਰਾਹਮਣਾਂ ਦਾ ਜਿਹੜਾ ਅਭਿਮਾਨ, ਹੰਕਾਰ ਕਿਹਦੇ ਤੇ? ਦੇਹ ਤੇ, ਵੀ ਅਸੀਂ ਬ੍ਰਾਹਮਣ ਹਾਂ, ਬ੍ਰਾਹਮਣ ਹਾਂ, ਬ੍ਰਾਹਮਣ ਹਾਂ, ਬਸ ਇਹੀ ਹੰਕਾਰ ਲੱਗਿਆ ਰਹਿੰਦਾ ਹੈ। ਸੋ ਅਗਿਆਨ ਕਰਕੇ ਹੈ। ਇਹ ਸਭ ਕੁਝ ਕਿਉਂ ਬ੍ਰਾਹਮਣਾਂ ਨੂੰ ਹੁੰਦਾ ਹੈ? ਅਗਿਆਨਤਾ ਕਰਕੇ। ਇਹ ਅਗਿਆਨਤਾ ਹੈ ਜਿਹਦੇ ਕਰਕੇ ਮਾਣ ਨਹੀਂ ਜਾਂਦਾ, ਹੰਕਾਰ, ਪ੍ਰਾਈਡ ਨਹੀਂ ਜਾਂਦੀ। ਤੇ ਗੁਰੂ ਕੇ ਸਿੱਖਾਂ ਨੂੰ ਆਤਮ ਗਿਆਨ ਹੁੰਦਾ ਹੈ। ਪਰ ਦੇਖੋ ਗੁਰਸਿੱਖਾਂ ਨੂੰ ਨਿਮਰਤਾ ਦੇ
ਵਿੱਚ ਹੋਣ ਕਰਕੇ, ਸੰਜਮ ਵਿੱਚ ਹੋਣ ਕਰਕੇ, ਹਾਂਜੀ ਕਰਮ ਕਾਂਡਾਂ ਵਿੱਚੋਂ ਬਾਹਰ ਨਿਕਲਣ ਕਰਕੇ ਉਹਨਾਂ ਨੂੰ ਆਤਮ ਦਾ ਗਿਆਨ ਹੁੰਦਾ ਹੈ ਗੁਰੂ ਦੀ ਕਿਰਪਾ ਸਦਕਾ। ਗੁਰੂ ਦੇ ਹੋਣ ਕਰਕੇ ਉਹਨਾਂ ਨੂੰ ਆਪਣੀ ਆਤਮਾ ਦਾ ਗਿਆਨ ਹੁੰਦਾ ਹੈ। ਉਹ ਫਿਰ ਪਖੰਡਾਂ ਵਿੱਚ ਨਹੀਂ ਫਸਦੇ, ਹਿਪੋਕ੍ਰੇਸੀ ਨਹੀਂ ਕਰਦੇ। ਆਤਮ ਰੂਪ ਆਪ ਨੂੰ ਜਾਣਦੇ ਹਨ। ਉਹ ਆਤਮ ਰੂਪ ਕਰਕੇ ਆਪਣੇ ਆਪ ਨੂੰ ਜਾਣਦੇ ਹਨ ਵੀ ਅਸੀਂ ਪਰਮੇਸ਼ਰ ਦਾ ਹੀ ਰੂਪ ਹਾਂ, ਅਸੀਂ ਤਾਂ ਕੁਝ ਵੀ ਨਹੀਂ ਹਾਂ, ਜੋ ਹੈ ਪਰਮਾਤਮਾ ਹੀ ਹੈ। ਜੋ ਦੇਹ ਅਭਿਮਾਨ ਕਰ ਸਮਝਦੇ ਹਨ ਸੋਈ ਚੰਡਾਲ ਹਨ। ਦੇਖੋ ਜੋ ਆਪਣੇ ਸਰੀਰ ਨੂੰ ਸਰੀਰ ਕਰਕੇ ਜਾਣਦੇ ਹਨ, ਜੋ ਸਰੀਰ ਤੇ ਹੰਕਾਰ ਕਰਦੇ ਮਾਰੇ ਕਹਿੰਦੇ ਚੰਡਾਲ ਨੇ। ਜਿਵੇਂ ਚੰਡਾਲ ਦਾ ਕੰਮ ਹੁੰਦਾ ਹੈ ਨਾ ਸੰਸਕਾਰ ਕਰਨ ਦਾ, ਉਹਦਾ ਕੰਮ ਹੁੰਦਾ ਹੈ ਟੂ ਮੈਨੇਜ ਦ ਡੈਡ ਬੋਡੀਜ਼। ਸੋ ਉਹ ਜਿਹੜਾ ਕਹਿੰਦੇ ਬਸ ਇਹੀ ਇੱਕ ਡੈਡ ਬੋਡੀ ਹੈ ਪੰਜਾਂ ਤੱਤਾਂ ਦੀ ਬਣੀ ਹੋਈ। ਜੇ ਉਹਦੇ ਤੇ ਹੰਕਾਰ ਕੀਤਾ ਜਾਵੇ ਨਾ, ਵੀ ਆਰ ਜਸਟ ਲਾਈਕ ਚੰਡਾਲ। ਚੰਡਾਲ ਕੀ ਕਰਦਾ? ਡੈਡ ਬੋਡੀ ਨੂੰ ਮੈਨੇਜ ਕਰਦਾ। ਆਪਾਂ ਵੀ ਆਪਣੀ ਬੋਡੀ ਨੂੰ ਮੈਨੇਜ ਕਰਦੇ ਹਾਂ, ਜੋ ਜਿਉਂਦੀ ਵੀ ਨਹੀਂ ਰਹਿ ਸਕਦੀ ਉਹ ਪਰਮਾਤਮਾ ਦੀ ਆਤਮਾ ਤੋਂ ਬਗੈਰ। ਇਫ ਯੂ ਫੋਰਗੇਟ ਦੈਟ ਯੂ ਆਰ ਪਰਮਾਤਮਾ, ਤੁਹਾਡੇ ਅੰਦਰ ਆਤਮਾ, ਉਹ ਪਰਮਾਤਮਾ ਇਜ਼ ਯੋਰ ਲਾਈਫ, ਜਿਹੜਾ ਹੈ ਤੁਹਾਡਾ ਲਾਈਫ ਦਾ ਐਸੈਂਸ ਆ। ਜੇ ਉਹਨੂੰ ਤੁਸੀਂ ਭੁੱਲ ਜਾਓ ਤਾਂ ਇਹ ਬੋਡੀ ਡੈਡ ਹੈ, ਇਹ ਮਰੀ ਹੋਈ ਬੋਡੀ ਹੈ। ਜਿਸ ਤਰ੍ਹਾਂ ਚੰਡਾਲ ਡੈਡ ਬੋਡੀ ਸੰਭਾਲਦਾ, ਆਪਾਂ ਇਹ ਵੀ ਡੈਡ ਬੋਡੀ ਨੂੰ ਚੱਕੀ ਫਿਰਦੇ ਤੇ ਮਾਣ ਕਰਦੇ ਹਾਂ। ਆਤਮ ਰੂਪ ਆਪ ਨੂੰ ਜਾਣਦੇ ਹਨ। ਤੇ ਉਹ ਆਤਮ ਰੂਪ ਕਰਕੇ ਆਪਣੇ ਆਪ ਨੂੰ ਜਾਣਦੇ ਹਨ। ਤੇ ਬ੍ਰਾਹਮਣ ਸੋ ਹੈ ਜੋ ਪਰਮਾਤਮਾ ਨੂੰ ਸਭ ਘਟਾਂ ਵਿਖੇ ਪੂਰਨ ਦੇਖਦੇ ਹਾਂ ਦੇਖੋ ਕਹਿੰਦੇ ਬ੍ਰਾਹਮਣ ਤਾਂ ਉਹ ਆ ਜੋ ਸਾਰੀਆਂ ਘਟਾਂ ਵਿੱਚ ਬ੍ਰਹਮ ਰੂਪ ਨੂੰ ਦੇਖਣ। ਜਿਹੜਾ ਹੈ ਬ੍ਰਾਹਮਣ ਉਹੀ ਹੈ ਜਿਹੜਾ ਬ੍ਰਹਮ ਨੂੰ ਦੇਖੇ ਨਾ, ਜਿਹੜਾ ਸਾਰੇ ਕਿਤੇ ਜਿਹੜਾ ਹੈ ਬ੍ਰਹਮ ਪਰਮਾਤਮਾ ਹੈ ਉਹਨੂੰ ਦੇਖਣਾ ਕਰੇ। ਇਸ ਕਰਕੇ ਜਿਹੜਾ ਹੈ ਕਹਿੰਦੇ ਤੇ ਬ੍ਰਾਹਮਣ ਜਿਹੜਾ ਪਰਮਾਤਮਾ ਸਾਰੇ ਘਟਾਂ ਵਿੱਚ, ਸਾਰੇ ਹਿਰਦਿਆਂ ਵਿੱਚ ਉਸੇ ਪਰਮਾਤਮਾ ਦੇਖੇ, ਨਾ ਕਿ ਉੱਥੇ ਖੱਤਰੀ ਦੇਖਣ, ਵੈਸ਼ ਦੇਖਣ ਤੇ ਸ਼ੂਦਰ ਦੇਖਣ। ਉਹ ਸਾਰੀਆਂ ਨੂੰ ਪਾਸੇ ਕਰਕੇ ਪਰਮਾਤਮਾ ਨੂੰ ਦੇਖੇ ਨਾ। ਔਰ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ। ਹਾਂ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ, ਕਿਉਂਕਿ ਪਰਮਾਤਮਾ ਹੀ ਆ ਸਾਰਿਆਂ ਵਿੱਚ, ਕਿਹਨੇ ਦਾ ਵੈਰ ਤੇ ਵਿਰੋਧ ਕਰਨਾ ਹੈ। ਕਿਉਂ ਜੋ ਚੰਡਾਲਾਂ ਦੇ ਘਰ ਹੱਡ ਚੰਮ ਲੋਹੂ ਮਾਸ ਹੁੰਦਾ ਹੈ। ਜਿਵੇਂ ਕਹਿੰਦੇ ਚੰਡਾਲਾਂ ਦੇ ਘਰ ਵਿੱਚ ਕੀ ਹੁੰਦਾ, ਵਿਚਾਰਿਆਂ ਦੇ ਘਰ ਵਿੱਚ ਉਹਨਾਂ ਦੇ ਘਰ 'ਚ ਹੱਡ ਹੋਣਗੇ, ਚੰਮ ਹੋਊਗਾ, ਹਾਂਜੀ ਸਕਿਨ ਹੋਊਗੀ, ਹਾਂਜੀ ਫਿਰ ਲਹੂ ਹੋਊਗਾ, ਮਾਸ ਹੋਊਗਾ, ਚਰਬੀ ਹੋਊਗੀ, ਹੋਰ ਕੀ ਹੋਊਗਾ ਉਹਨਾਂ ਦੇ ਘਰ 'ਚ? ਇਹੀ ਕੁਝ ਤਾਂ ਹੋਣਾ ਹੈ ਨਾ ਉਹਨਾਂ ਦੇ ਘਰ 'ਚ। ਤੈਸੇ ਇਸ ਦੇਹੀ ਮੈਂ ਹੱਡ ਚੰਮ ਮਾਸ ਹੁੰਦਾ ਹੈ। ਇਸੇ ਕਰਕੇ ਇਹ ਸਰੀਰ ਦੇ ਵਿੱਚ ਵੀ ਤਾਂ ਉਹੀ ਹੈ ਨਾ, ਹੱਡ ਆ, ਚੰਮ ਆ, ਮਾਸ ਆ, ਸਕਿਨ ਹੈ, ਇਹੀ ਕੁਝ ਆ ਤਾਂ ਬੋਡੀ ਵਿੱਚ ਹੈ। ਸੋ ਇਸ ਕਰਕੇ ਉਹ ਵੀ ਚੰਡਾਲ ਨੇ, ਉਹ ਕੋਈ ਬ੍ਰਾਹਮਣ ਨਹੀਂ, ਉਹ ਚੰਡਾਲ ਨੇ ਜਿਹੜੇ ਆਪਣੇ ਬੋਡੀ ਤੇ ਅਭਿਮਾਨ ਅਹੰਕਾਰ ਕਰਦੇ ਹਨ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ। ਇਹ ਸ਼ਬਦ ਜਿਹੜਾ ਹੈ ਗੌੜੀ ਕਬੀਰ ਜੀ ਕੀ ਹੈ। ਸੋ ਇਹ ਜਿਹੜਾ ਹੈ 324 ਅੰਗ ਤੇ ਹੈ, 324 ਅੰਗ ਤੇ ਇਹ ਸ਼ਬਦ ਸੁਸ਼ੋਭਿਤ ਹੈ, ਜਿਹਦੇ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਹਨ ਕਹੋ ਕਬੀਰ ਜੋ ਬ੍ਰਹਮ ਵਿਚਾਰੇ। ਕਹਿਣਗੇ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਕਬੀਰ ਸਾਹਿਬ ਜੀ ਕਹਿੰਦੇ ਪਰਮਾਤਮਾ ਦੀ ਵਿਚਾਰ ਕਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਕਹਿਣਗੇ ਉਹਨੂੰ ਮੈਂ ਬ੍ਰਾਹਮਣ ਮੰਨਦਾ ਹਾਂ, ਮੇਰਾ ਕਹਿਆ ਹੋਇਆ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜੋ ਪਰਮੇਸ਼ਰ ਨੂੰ ਦੇਖਦਾ ਹੈ, ਜੋ ਪਰਮੇਸ਼ਰ ਦੀ ਵਿਚਾਰ ਵਿੱਚ ਲੱਗਿਆ ਹੋਇਆ ਹੈ, ਜੋ ਆਪਣੇ ਆਪ ਨੂੰ ਬ੍ਰਹਮ ਦਾ ਸਰੂਪ ਜਾਣਦਾ ਹੋਵੇ, ਉਹ ਬ੍ਰਾਹਮਣ ਹੈ। ਤੇ ਆਪਣਾ ਸਰੂਪ ਵਿਚਾਰੋ। ਤੇ ਕਹਿੰਦੇ ਆਪਣਾ ਜਿਹੜਾ ਹੈ ਬ੍ਰਾਹਮਣ ਸੋਈ ਹੈ ਜਿਸ ਬ੍ਰਹਮ ਨੂੰ ਪਛਾਤਾ ਹੈ। ਕਹਿਣਗੇ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਦੀ ਪਛਾਣ ਕਰਦਾ ਹੈ, ਰੈਕਗਨਾਈਜ਼ ਕਰਦਾ ਪਰਮਾਤਮਾ ਨੂੰ, ਐਕਨੋਲੇਜ ਕਰਦਾ ਕਿ ਉਹੀ ਪਰਮਾਤਮਾ ਸਾਰਿਆਂ ਵਿੱਚ ਹੈ। ਤਾਂ ਤੇ ਤੁਸੀਂ ਸ਼ਬਦ ਨੂੰ ਚੀਨੋ। ਇਸ ਕਰਕੇ ਤੁਸੀਂ ਸ਼ਬਦ ਦੀ ਨੂੰ ਚੀਨੋ, ਜਾਣੋ। ਸ਼ਬਦ ਨੂੰ ਹੀ ਜਿਹੜਾ ਹੈ ਆਪਣਾ ਕਲਿਆਣ ਰੂਪ ਜਾਣਨਾ ਕਰੋ, ਸ਼ਬਦ ਦੀ ਪਹਿਚਾਨ ਕਰੋ। ਜੋ ਵੀ ਗਿਆਨ ਲੈਣਾ ਜਿਹੜਾ ਹੈ ਗੁਰਬਾਣੀ ਰਾਹੀਂ ਕਰੋ, ਸ਼ਬਦ ਰਾਹੀਂ ਉਹ ਗਿਆਨ ਦੀ ਪ੍ਰਾਪਤੀ ਕਰੋ। ਤੇ ਇਹ ਜਿਹੜਾ ਹੈ ਆਪਣਾ ਜਿਹੜਾ ਜੀਵਨ ਉਹ ਸ਼ਬਦ ਰਾਹੀਂ ਢਾਲਣਾ ਕਰੋ। ਤੇ ਆਪਣਾ ਸਰੂਪ ਵਿਚਾਰੋ। ਤੇ ਆਪਣੇ ਅਸਲੀ ਰੂਪ ਆਤਮਾ ਸਰੂਪ ਦੀ ਪਹਿਚਾਨ ਕਰੋ। ਤੇ ਗਾਇਤਰੀ ਤਰਪਣ ਪਿੰਡ ਪਤਲ ਕਰਕੇ ਪਿਤਰ ਲੋਕ ਨੂੰ ਪ੍ਰਾਪਤ ਹੋਈਦਾ ਹੈ। ਦੇਖੋ ਜਿਹੜੇ ਗਾਇਤਰੀ ਕਰਦੇ ਹਨ, ਤਰਪਣ ਕਰਦੇ ਹਨ, ਪਿੰਡ ਪੱਤਲ ਕਰਦੇ ਹਨ ਜਿਹੜਾ ਹਨ, ਤੇ ਉਹ ਕੀ ਕਰਦੇ ਹਨ? ਕਹਿੰਦੇ ਪਿੱਤਰ ਲੋਕ ਨੂੰ ਪ੍ਰਾਪਤ ਹੋਈਦੇ ਹੈ। ਉਹ ਕੀ ਕਰਦੇ ਨੇ? ਉਹ ਪਿੱਤਰ ਲੋਕਾਂ ਨੂੰ ਜਾਂਦੇ ਨੇ। ਸੋ ਜਿਨ੍ਹਾਂ ਦੇ ਪਿੱਤਰ ਜਿਹੜੇ ਸਵਰਗਾਂ ਨੂੰ, ਹੈਵਨ ਨੂੰ ਗਏ ਹਨ, ਉਹ ਉਹਨਾਂ ਦੀ ਪੂਜਾ ਕਰਦੇ ਹੁਣ ਆਪਣੇ ਵੱਡੇ ਵਡੇਰਿਆਂ ਦੀ। ਕੋਈ ਆਪਣੇ ਪਿਓ ਦੀ ਕਰਦਾ, ਕੋਈ ਦਾਦੇ ਦੀ ਕਰਦਾ, ਕੋਈ ਪੜਦਾਦੇ ਦੀ ਕਰਦਾ। ਇਹ ਸਾਰੀਆਂ ਜਿੰਨੀਆਂ ਕਿਰਿਆ ਹੁੰਦੀਆਂ ਨੇ ਆਪਣੇ ਮਰੇ ਹੋਏ ਦੀਆਂ ਪੂਜਾ ਕਰਦੇ ਨੇ, ਉਹਨਾਂ ਵਾਸਤੇ ਪੂਜਦੇ ਨੇ। ਕਿਉਂ ਪੂਜਾ ਕਰਦੇ ਨੇ? ਕਿ ਮੇਰਾ ਗ੍ਰੈਂਡਫਾਦਰ ਹੁਣ ਸਵਰਗਾਂ ਵਿੱਚ ਆ, ਉਹ ਮੈਨੂੰ ਵੀ ਸਵਰਗਾਂ ਵਿੱਚ ਲੈ ਜਾਵੇ। ਹਾਂਜੀ, ਪਰ ਜੇ ਉਹ ਸਵਰਗਾਂ 'ਚ ਹੋਵੇ, ਜੇ ਵਿਚਾਰਾ ਨਰਕਾਂ 'ਚ ਹੋਵੇ, ਉਹਨੇ ਤਾਂ ਫਿਰ ਨਰਕਾਂ ਨੂੰ ਹੀ ਖਿੱਚਣਾ ਜਾ ਕੇ। ਹਾਂਜੀ, ਸੋ ਕਹਿੰਦੇ ਇਸ ਕਰਕੇ ਕਹਿੰਦੇ ਇਹ ਤਾਂ ਸਾਰੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਸ ਕਾਮ ਕਰਮ ਨੇ। ਇਹ ਕਰਮ ਕਰਕੇ ਬੰਦਾ ਸਵਰਗਾਂ ਨੂੰ ਜਾਣ ਵਾਸਤੇ ਆਪਣੇ ਪਿੱਤਰਾਂ ਨੂੰ ਪੂਜਦਾ ਹੈ। ਤੇ ਨਾਮ ਦੇ ਜਪਣ ਕਰ ਵਾਹਿਗੁਰੂ ਦੇ ਚਰਨਾਂ ਤੇ ਜਾਏ ਪ੍ਰਾਪਤ ਹੁੰਦਾ ਹੈ। ਦੇਖੋ ਇਹਦੇ ਅਗੇਂਸਟ ਜਿਹੜੀ ਗੱਲ ਹੈ, ਕਹਿੰਦੇ ਇੰਸਟੈਡ ਆਫ ਡੂਇੰਗ ਦਿਸ,
ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਨਾਮ ਜਪਣਾ ਚਾਹੀਦਾ ਹੈ। ਜੇ ਤੁਸੀਂ ਨਾਮ ਜਪੋ, ਆਪਣੇ ਪਿੱਤਰਾਂ ਨੂੰ ਕਿਉਂ ਚੇਤੇ ਕਰਦੇ ਹੋ? ਤੁਸੀਂ ਤਾਂ ਵਾਹਿਗੁਰੂ ਨੂੰ ਚੇਤੇ ਕਰੋ। ਜੇ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ ਤਾਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਨਿਵਾਸ ਕਰੋਗੇ। ਹੁਣ ਕਿਹੜੀ ਚੰਗੀ ਡੀਲ ਹੈ? ਆਪਣੇ ਮਰੇ ਹੋਏ ਪਿੱਤਰਾਂ ਨੂੰ ਤੁਸੀਂ ਜਿਹੜਾ ਹੈ ਉਹਨਾਂ ਨੂੰ ਯਾਦ ਕਰੋ, ਉਹ ਚੰਗਾ ਹੈ, ਜਾਂ ਸਿੱਧਾ ਵਾਹਿਗੁਰੂ ਨੂੰ ਚੇਤੇ ਕਰੋ? ਵਾਹਿਗੁਰੂ ਨੂੰ ਚੇਤੇ ਕਰਨ ਕਰਕੇ ਸਿੱਧੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਸਮਾਓਗੇ। ਦੇਖੋ ਕਿੱਡੀ ਵੱਡੀ ਚੰਗੀ ਜਿਹੜੀ ਹੈ ਇਹ ਆਪਸ਼ਨ ਹੈ। ਕਿੱਡਾ ਵੱਡਾ ਮਹਾਰਾਜ ਨੇ ਗਿਆਨ ਬਖਸ਼ਿਸ਼ ਕੀਤਾ। ਲੋਕ ਉਹੀ ਭਰਮਦੇ ਫਿਰਦੇ ਸਨ, ਪਿੱਤਰਾਂ ਦੇ ਪਿੱਛੇ ਤੁਰੇ ਫਿਰਦੇ ਹਨ। ਮਹਾਰਾਜ ਕਹਿੰਦੇ ਪਿੱਤਰਾਂ ਨੂੰ ਛੱਡੋ, ਉਹ ਪਰਮਾਤਮਾ ਨੂੰ ਚੇਤੇ ਕਰੋ, ਉਹਦੇ ਪਰਮਾਤਮਾ ਦੇ ਚਰਨਾਂ ਵਿੱਚ ਸਮਾਓ। ਇਹੋ ਪਿੱਤਰ ਲੋਕਾਂ ਨੂੰ ਵਾਹਿਗੁਰੂ ਦੇ ਸਿੱਖ ਕਦ ਚਾਹਦੇ ਹਨ। ਕਹਿਣਗੇ ਇਹੋ ਪਿੱਤਰ ਲੋਕਾਂ ਨੂੰ, ਕਹਿਣਗੇ ਇਹ ਪਿੱਤਰ ਲੋਕਾਂ ਨੂੰ ਜਿਹੜੇ ਹਨ ਵਾਹਿਗੁਰੂ ਦੇ ਸਿੱਖ ਕਦ ਚਾਹੁੰਦੇ ਹਨ? ਨਹੀਂ ਚਾਹੁੰਦੇ ਪਿੱਤਰਾਂ ਨੂੰ, ਉਹ ਸਿੱਧਾ ਹੀ ਵਾਹਿਗੁਰੂ ਨੂੰ ਚਾਹੁੰਦੇ ਹਨ, ਉਹ ਸਿੱਧਾ ਹੀ ਵਾਹਿਗੁਰੂ ਵਿੱਚ ਲੀਨ ਹੁੰਦੇ ਹਨ। ਜੈਸੇ ਪ੍ਰਿਥਵੀ ਪਤ ਰਾਜਾ ਇੱਕ ਪਿੰਡ ਤੇ ਰਾਜੀ ਹੁੰਦੀ ਹੈ, ਰਾਜੀ ਨਹੀਂ ਹੁੰਦੀ। ਦੇਖੋ ਜਿਵੇਂ ਇੱਕ ਸੰਸਾਰ ਦਾ ਰਾਜਾ ਹੁੰਦਾ ਹੈ, ਉਹ ਆਪਣਾ ਇੱਕ ਰਾਜ ਲੈ ਕੇ ਰਾਜੀ ਨਹੀਂ ਰਹਿੰਦਾ। ਉਹ ਕਹਿੰਦਾ ਮੇਰਾ ਰਾਜ ਹੋਰ ਹੋਵੇ, ਮੈਨੂੰ ਹੋਰ ਵੀ ਰਾਜ ਮਿਲੇ, ਮੇਰਾ ਰਾਜ ਹੋਰ ਵਧੇ। ਇਨ ਦਾ ਸੈਂਸ ਦੈਟ ਨੋਬਡੀ ਸੈਟੀਸਫਾਈਡ ਵਾਟ ਦੇ ਹੈਵ। ਇਹ ਗੱਲ ਹੈ, ਜਿਹੜਾ ਵੀ ਕੁਝ ਕੋਲ ਹੋਵੇ ਬੰਦਾ ਕਿਤੇ ਰੱਜਦਾ ਨਹੀਂ ਤੇ ਗਰੀਬ ਰਾਜੀ ਹੁੰਦਾ ਹੈ। ਦੇਖੋ ਜਿਹੜਾ ਗਰੀਬ ਹੋਵੇ, ਜਿਹਦੇ ਮਨ ਦੇ ਵਿੱਚ ਸੰਤੁਸ਼ਟ ਆ ਜਾਵੇ, ਜਿਹਦੇ ਮਨ 'ਚ ਸੰਤੋਖ ਆ ਜਾਵੇ, ਉਹ ਜਿੱਥੇ ਕੋ ਖੁਸ਼ ਹੁੰਦਾ ਹੈ, ਉਹ ਬਹੁਤਾ ਨਹੀਂ ਕਰਦਾ, ਬਹੁਤਿਆ ਛਾਲਾ ਨਹੀਂ ਮਾਰਦਾ। ਜਿਵੇਂ ਕਹਿੰਦੇ ਸਿਕੰਦਰ ਆ ਰਿਹਾ ਸੀਗਾ ਹਿੰਦੁਸਤਾਨ ਨੂੰ, ਇੱਕ ਜਿਹੜਾ ਹੈ ਬਜ਼ੁਰਗ ਜਿਹੜਾ ਲੰਮਾ ਪਿਆ, ਬਹੁਤ ਸਾਰੇ ਘੋੜੇ ਲੰਘੇ, ਸਿਕੰਦਰ ਦੀ ਜਿਹੜੀ ਹਜ਼ਾਰਾਂ ਦੀ ਫੌਜ ਲੰਘੀ, ਉਹ ਸੁੱਤਾ ਹੀ ਰਿਹਾ। ਤੇ ਸਿਕੰਦਰ ਨੇ ਆ ਕੇ ਕੋਲੇ ਪੁੱਛਿਆ, ਕਹਿੰਦਾ ਬਾਪੂ ਤੂੰ ਕਿਉਂ ਸੁੱਤਾ ਪਿਆ ਇੱਥੇ? ਤੈਨੂੰ ਖੜਕਾ ਨਹੀਂ ਸੁਣਿਆ ਸਾਡੇ ਘੋੜਿਆਂ ਦਾ, ਕਿੰਨੀ ਧੂੜ ਉੱਡੀ? ਉਹ ਪੁੱਛਣ ਲੱਗਿਆ, ਉਹ ਕਹਿੰਦਾ ਵੀ ਤੂੰ ਕੀ ਕਰ ਰਿਹਾ? ਕਹਿੰਦਾ ਮੈਂ ਆਰਾਮ ਕਰ ਰਿਹਾ। ਉਹ ਬਾਪੂ ਕਹਿੰਦਾ ਕਿ ਸਿਕੰਦਰ ਉਹਨੂੰ ਪੁੱਛੇ, ਕਹਿੰਦਾ ਤੂੰ ਜਿਹੜਾ ਹੈ ਵੀ ਇੱਥੇ ਹੀ ਤੂੰ ਆਰਾਮ ਹੀ ਕਰਦਾ ਰਹਿਣਾ ਕਿ ਕੋਈ ਕੰਮ ਵੀ ਕਰਨਾ ਹੈ? ਕਹਿੰਦਾ ਨਹੀਂ ਮੈਂ ਤਾਂ ਆਰਾਮ ਹੀ ਕਰਨਾ। ਸੋ ਕੀ ਹੋਇਆ ਜੀ, ਸਿਕੰਦਰ ਨੂੰ ਫਿਰ ਬਾਪੂ ਪੁੱਛਦਾ ਹੈ ਤੂੰ ਕੀ ਕਰਨ ਚੱਲਿਆ? ਕਹਿੰਦਾ ਮੈਂ ਹਿੰਦੁਸਤਾਨ ਨੂੰ ਜਿੱਤਣ ਚੱਲਿਆ। ਕਹਿੰਦਾ ਫਿਰ ਕੀ ਕਰੇਗਾ? ਕਹਿੰਦਾ ਮੈਂ ਰਾਜ ਵਧਾਵਾਂਗਾ, ਮੈਂ ਰਾਜ ਕਰਾਂਗਾ। ਬਹੁਤ ਕੁਐਸਚਨ ਹੋਏ, ਅਖੀਰ ਕਰ ਉਹਨੂੰ ਪੁੱਛਣ ਲੱਗਿਆ ਫਿਰ ਕੀ ਕਰੇਗਾ, ਫਿਰ ਕੀ ਕਰੇਗਾ? ਬਾਪੂ ਆਇਓ ਪੁੱਛੀ ਗਿਆ। ਤੇ ਅਖੀਰ ਤੱਕ ਕੀ ਹੋਇਆ, ਉਹ ਕਹਿਣ ਲੱਗਾ, ਸਿਕੰਦਰ ਕਹਿੰਦਾ ਮੈਂ ਆਰਾਮ ਕਰੂੰਗਾ। ਅਖੀਰ ਤੱਕ ਉਹਨੇ ਗੱਲ ਮੁਕਾਉਣ ਵਾਸਤੇ ਕਿਹਾ ਮੈਂ ਆਰਾਮ ਕਰੂੰਗਾ। ਕਹਿੰਦਾ ਤੂੰ ਤਾਂ ਇੰਨਾ ਕੁਛ ਕਰਨ ਤੋਂ ਬਾਅਦ, ਇੰਨੇ ਪਾਪ ਕਰਨ ਤੋਂ ਬਾਅਦ, ਇੰਨੀ ਹਿੰਮਤ ਕਰਨ ਤੋਂ ਬਾਅਦ ਆਰਾਮ ਕਰਨਾ? ਮੈਂ ਤਾਂ ਅੱਜ ਹੀ ਆਰਾਮ ਕਰ ਰਿਹਾ। ਅਸੋ ਇਸ ਪ੍ਰਕਾਰ ਕਰਕੇ ਜਿਹੜਾ ਹੈ ਇਹ ਬਿਰਤੀ ਹੁੰਦੀ ਹੈ ਸਾਰਿਆਂ ਦੀ। ਐਸੇ ਨਰਕੀ ਜੇ ਪਿੱਤਰ ਲੋਕ ਤੇ ਰਾਜੀ ਹੁੰਦੇ ਹਨ। ਇਸੇ ਤਰ੍ਹਾਂ ਹੀ ਕਹਿੰਦੇ ਲੋਕ ਜਿਹੜੇ ਪਾਪੀ ਲੋਕ ਹੁੰਦੇ ਨਾ, ਉਹ ਪਿੱਤਰ ਲੋਕ ਤੇ ਹੀ ਰਾਜੀ ਹੁੰਦੇ ਨੇ। ਉਹ ਪਾਪੀ ਹੁੰਦੇ ਨੇ ਕਰਕੇ ਉਹਨਾਂ ਪਾਪੀ ਲੋਕ ਕਿਉਂ ਬਣਦੇ ਨੇ? ਕਿਉਂਕਿ ਉਹਨਾਂ ਦੇ ਵਿੱਚ ਗ੍ਰੀਡ ਹੈ, ਉਹਨਾਂ ਦੇ ਵਿੱਚ ਕੁਝ ਲੈਣ ਦੀ ਜਿਹੜੇ ਤਾਮਸਾ ਹੈ, ਉਹ ਮਨਸਾ ਤਾਮਸਾ ਨੂੰ ਲੈ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਉਹਨਾਂ ਦਾ ਸਿਰਫ ਇੱਕ ਸੌਦਾ ਹੁੰਦਾ, ਮੈਂ ਇਹ ਚੰਗਾ ਕੀਤਾ ਮੈਨੂੰ ਇਹ ਮਿਲੇ, ਬਸ ਉਹ ਇਹਨਾਂ ਦੀ ਇਹੀ ਬਿਲੀਫ ਹੁੰਦੀ ਹੈ। ਜੋ ਇਹਨੂੰ ਤਾਂ ਕਰਕੇ ਆਪਾਂ ਤਾਮਸੀ ਜੀਵ ਕਹਿੰਦੇ ਹਾਂ। ਉਹ ਜਿਹੜੇ ਹਨ ਉਹ ਇਹੀ ਗੱਲ ਵਿੱਚ ਲੱਗੇ ਰਹਿੰਦੇ ਆ। ਇਸ ਕਰਕੇ ਉਹਨਾਂ ਨੂੰ ਪਿੱਤਰ ਲੋਕ ਦੀ ਪੂਜਾ ਜ਼ਿਆਦਾ ਚੰਗੀ ਲੱਗਦੀ ਆ, ਵੀ ਅਸੀਂ ਉੱਥੇ ਸਵਰਗਾਂ 'ਚ ਜਾਵਾਂਗੇ, ਉੱਥੇ ਵੀ ਜਾ ਕੇ ਇੰਜੋਏ ਕਰਾਂਗੇ। ਇਹ ਨਹੀਂ ਵੀ ਨਾਮ ਜਪਣਾ ਹੈ, ਨਹੀਂ, ਉੱਥੇ ਵੀ ਇੰਜੋਏ ਕਰਨਾ ਹੈ। ਤੇ ਗੁਰੂ ਕੇ ਸਿੱਖ ਸਵਰਗ ਦੀ ਵੀ ਚਾਹ ਨਹੀਂ ਰੱਖਦੇ। ਦੇਖੋ ਜਿਹੜੇ ਗੁਰਸਿੱਖ ਹੁੰਦੇ ਹਨ, ਉਹ ਵੀ ਜਿਹੜੇ ਹਨ ਉਹ ਸਵਰਗਾਂ ਦੀ ਵੀ ਚਾਹ ਨਹੀਂ ਰੱਖਦੇ, ਉਹਨਾਂ ਨੂੰ ਕਿਤੇ ਸਵਰਗਾਂ ਦੀ ਵੀ ਇੱਛਾ ਨਹੀਂ ਹੁੰਦੀ। ਤਾਂ ਇਹ ਉਪਦੇਸ਼ ਜਿਹੜਾ ਹੈ ਮਹਾਰਾਜ ਨੇ ਭਾਈ ਢੇਸੀ ਜੀ ਨੂੰ ਤੇ ਭਾਈ ਜੋਧ ਜੀ ਨੂੰ ਦਿੱਤਾ, ਜਿਨ੍ਹਾਂ ਨੂੰ ਸੁਣ ਕਰਕੇ ਇਹ ਬ੍ਰਾਹਮਣ ਜਾਤੀ ਵਾਲੇ ਗੁਰਸਿੱਖਾਂ ਨੇ ਧਾਰਨ ਕੀਤਾ। ਦੇਖੋ ਮਹਾਰਾਜ ਨੇ ਕਿੰਨੇ ਵਿਸਤਾਰ ਨਾਲ ਇਹ ਉਪਦੇਸ਼ ਦਿੱਤਾ, ਜਿਨ੍ਹਾਂ ਦੇ ਕਰਕੇ ਉਹਨਾਂ ਦੇ ਸਾਰਾ ਹੀ ਭਰਮ ਦੂਰ ਹੋ ਗਿਆ। ਢੇਸੀ ਜੁਧ ਹੋ ਸੰਗ ਹੈ, ਗੋਵਿੰਦ ਗੋਲਾ ਹੱਸ ਮਿਲੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।